वाहिगुरु जी का खालसा वाहिगुरु जी की फतेह। हर आप अमुल्क है, मुल ना पाया जाए। अकाल पुरख वाहिगुरु इदां दा है जिहदी असी कोई कीमत नहीं पा सकते, ना ही किसी मुल दे नाल ਉਹ ਖਰੀਦਿਆ ਜਾ ਸਕਦਾ ਹੈ ਕਿ ਕਿਸੇ ਚੀਜ਼ ਦੇ ਬਦਲੇ ਦੇ ਵਿੱਚ ਮੈਂ ਇਹ ਕਹਿ ਦੇਵਾਂ ਕਿ ਉਹ ਮੇਰੇ ਕੋਲ ਆ ਸਕਦਾ ਹੈ। ਜੇ ਉਹ ਕਿਸੇ ਚੀਜ਼ ਦੇ ਬਦਲੇ ਦੇ ਵਿੱਚ ਮੇਰੇ ਕੋਲ ਆ ਜਾਂਦਾ ਹੈ ਤੇ ਫਿਰ ਉਹ ਚੀਜ਼ ਵੱਡੀ ਹੈ ਤੇ ਰੱਬ ਛੋਟਾ ਹੈ। ਅਸੀਂ ਦੁਕਾਨ ਦੇ ਉੱਤੇ ਕੁਝ ਲੈਣ ਜਾਂਦੇ ਹਾਂ ਤੇ ਉਸ ਚੀਜ਼ ਦੇ ਬਦਲੇ ਦੇ ਵਿੱਚ ਅਸੀਂ ਕੁਝ ਪੈਸੇ ਦਿੰਦੇ ਹਾਂ ਉੱਥੇ। ਇਹਦਾ ਮਤਲਬ ਹੈ ਕਿ ਸਾਡੇ ਕੋਲ ਚੀਜ਼ ਖਰੀਦਣ ਦੇ ਲਈ ਇੱਕ ਇੱਦਾਂ ਦੀ ਚੀਜ਼ ਹੈ ਜਿਹਦੇ ਬਦਲੇ ਦੇ ਵਿੱਚ ਅਸੀਂ ਉਹ ਚੀਜ਼ ਲੈ ਲੈਂਦੇ ਹਾਂ। ਪੈਸਾ ਵੱਡਾ ਹੈ ਉਸ ਚੀਜ਼ ਦੇ ਨਾਲੋਂ, ਤਾਂ ਕਰਕੇ ਉਸ ਚੀਜ਼ ਨੂੰ ਖਰੀਦ ਲਿਆ ਗਿਆ। ਤੇ ਜੇ ਮੈਂ ਕਹਾਂ ਵੀ ਮੈਂ ਰੱਬ ਇਹਨਾਂ ਦੇ ਸਿਰ ਦੇ ਉੱਤੇ ਖਰੀਦ ਲੈਂਦਾ ਹਾਂ, ਫਿਰ ਰੱਬ ਛੋਟਾ ਹੋ ਜਾਂਦਾ ਤੇ ਉਹ ਚੀਜ਼ਾਂ ਵੱਡੀਆਂ ਹੋ ਜਾਂਦੀਆਂ। ਜੇ ਬੰਦਾ ਸੋਚਦਾ ਕਿ ਮੈਂ ਕਰਮ ਕਾਂਡਾਂ ਦੇ ਸਿਰ ਤੋਂ, ਜੰਤਰਾਂ ਮੰਤਰਾਂ ਦੇ ਸਿਰ ਤੋਂ ਜਾਂ ਹੋਰ ਕਈ ਚੀਜ਼ਾਂ ਦੇ ਸਿਰ ਤੋਂ ਰੱਬ ਨੂੰ ਆਪਣੇ ਅਧੀਨ ਕਰ ਸਕਦਾ ਹਾਂ, ਫਿਰ ਇਹ ਚੀਜ਼ਾਂ ਵੱਡੀਆਂ ਹੋ ਜਾਂਦੀਆਂ ਨੇ, ਫਿਰ ਰੱਬ ਨਹੀਂ ਵੱਡਾ ਹੁੰਦਾ। ਤੇ ਸਤਿਗੁਰੂ ਕਹਿੰਦੇ ਨੇ, ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ। ਜਿਹਦੀ ਬਰਾਬਰੀ ਦੇ ਉੱਤੇ ਕੋਈ ਪੈਸਾ ਨਹੀਂ ਵੀ ਉਹਨੂੰ ਕਿਸੇ ਪੈਸੇ ਦੇ ਨਾਲ ਖਰੀਦਿਆ ਜਾ ਸਕਦਾ ਹੋਵੇ। ਜਿਹਦੀ ਬਰਾਬਰੀ ਦੇ ਉੱਤੇ ਕੋਈ ਕਰਮ ਕਾਂਡ ਨਹੀਂ ਵੀ ਮੈਂ ਉਹਨੂੰ ਕਰਮ ਕਾਂਡਾਂ ਦੇ ਬਦਲੇ ਖਰੀਦ ਲਵਾਂ। ਜਿਹਦੀ ਬਰਾਬਰੀ ਦੇ ਉੱਤੇ ਕੋਈ ਵਹਿਮ ਭਰਮ ਨਹੀਂ, ਕੋਈ ਵੀ ਕਿਸੇ ਵੀ ਤਰੀਕੇ ਦੀ ਗੱਲ ਨਹੀਂ ਵੀ ਉਹਦੇ ਬਦਲੇ ਦੇ ਵਿੱਚ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਖਰੀਦਿਆ ਜਾ ਸਕਦਾ ਹੋਵੇ। ਮਹਾਰਾਜ ਕਹਿੰਦੇ ਨੇ, ਜਿਹੜਾ ਹੈ ਹੀ ਅਮੁੱਲ ਹੈ, ਜਿਹਦੀ ਕੀਮਤ ਹੀ ਕੋਈ ਨਹੀਂ, ਉਹਦੀ ਕੋਈ ਕੀਮਤ ਕੀ ਪਾ ਸਕਦਾ। ਉਹ ਵਾਹਿਗੁਰੂ ਵਾਲਾ ਪਾਸਾ ਤੇ ਬਾਅਦ ਦੀ ਗੱਲ ਹੈ। ਸਾਡਾ ਸਰੀਰ ਹੀ ਸਾਡੇ ਕੋਲ ਹੈ, ਅਸੀਂ ਕੀ ਮੁੱਲ ਪਾ ਸਕਦੇ ਹਾਂ। ਹਾਲਾਂਕਿ ਮੈਂ ਇਹ ਵੀ ਪਾਸਾ ਰੱਖ ਦੇਵਾਂ, ਇਹ ਨਵੀਂ ਗੱਲ ਹੈ, ਇਸ ਨੂੰ ਫਿਰ ਸਮਝ ਲੈਣਾ। ਅਸੀਂ ਸਰੀਰ ਦਾ ਵੀ ਮੁੱਲ ਪਾ ਲਵਾਂਗੇ। ਅੱਖਾਂ ਦੁਬਾਰਾ ਲੱਗ ਜਾਂਦੀਆਂ ਨੇ ਬੰਦੇ ਨੂੰ, ਮੁੱਲ ਵਿਕ ਜਾਂਦੀਆਂ ਨੇ। ਸਰੀਰ ਦੇ ਹਿੱਸੇ ਦੇ ਕਈ ਅੰਗ ਦੁਬਾਰਾ ਪੈ ਜਾਂਦੇ ਨੇ ਬੰਦੇ ਨੂੰ, ਮੁੱਲ ਵਿਕ ਜਾਂਦੇ ਨੇ, ਖਰੀਦ ਲੈਂਦੇ ਨੇ ਲੋਕ ਵੇਚ ਵੀ ਲੈਂਦੇ ਨੇ। ਸਰੀਰ ਦਾ ਵੀ ਮੁੱਲ ਕਿਤੇ ਨਾ ਕਿਤੇ ਪਾਇਆ ਜਾ ਸਕਦਾ, ਪਰ ਇਹਨੂੰ ਚੰਗੀ ਤਰ੍ਹਾਂ ਸੋਚਿਓ, ਜੋ ਤੁਸੀਂ ਜੇ ਕੀ ਤੁਹਾਡਾ ਮੁੱਲ ਪਾਇਆ ਜਾ ਸਕਦਾ। ਸਰੀਰ ਦਾ ਮੁੱਲ ਤੇ ਪਾਇਆ ਜਾ ਸਕਦਾ ਹੈ। ਪਸ਼ੂਆਂ ਦਾ ਵੇਖੋ ਕਿੰਨਾ ਮੁੱਲ ਪੈ ਰਿਹਾ, ਮਰ ਜਾਂਦੇ ਨੇ, ਚਮੜਾ ਵੀ ਵਿਕ ਜਾਂਦਾ ਉਹਨਾਂ ਦਾ। ਪਰ ਜਿਹੜਾ ਮੇਰਾ ਜੀ ਹੈ, ਜਿਹੜਾ ਮੇਰਾ ਆਤਮਾ ਹੈ, ਜਿਹਦੇ ਕਰਕੇ ਮੈਂ ਜੀਵਤ ਹਾਂ, ਜਿਹਦੇ ਕਰਕੇ ਮੈਂ ਦੌੜ ਭੱਜ ਕਰਦਾ ਪਿਆ ਹਾਂ, ਕਿ ਇਹਦਾ ਮੁੱਲ ਪਾਇਆ ਜਾ ਸਕਦਾ ਹੈ। ਇਹ ਤਾਂ ਕਿਸੇ ਦੀ ਪਕੜ ਦੇ ਵਿੱਚ ਹੀ ਨਹੀਂ ਆਉਂਦਾ, ਇਹਦਾ ਕੋਈ ਕੀ ਮੁੱਲ ਪਾਵੇਗਾ, ਇਹਨੂੰ ਕੋਈ ਕੀ ਫੜ ਲਵੇਗਾ। ਉਹ ਕਹਿੰਦੇ ਨੇ ਕਿ ਸੁਕਰਾਤ ਜਿਹੜਾ ਹੈ ਉਹ ਚੜ੍ਹਾਈ ਕਰਨ ਲੱਗਾ, ਜਦੋਂ ਉਹਨੂੰ ਮਾਰਨ ਲੱਗੇ ਤੇ ਉਹਦੇ ਚੇਲੇ ਕਹਿੰਦੇ ਵੀ ਜਦੋਂ ਤੁਸੀਂ ਚੜ੍ਹਾਈ ਕਰ ਜਾਓਗੇ ਤਾਂ ਤੁਹਾਡਾ ਸਰੀਰ ਕਿੱਦਾਂ ਸਾਂਭਿਆ ਜਾਵੇ, ਤੁਹਾਡੇ ਨਾਲ ਕੀ ਸਲੂਕ ਕੀਤਾ ਜਾਵੇ, ਤੁਹਾਨੂੰ ਕਿਹੋ ਜਿਹਾ ਅਸੀਂ ਵਿਦਾਇਗੀ ਦਈਏ। ਤਾਂ ਸੁਕਰਾਤ ਕਹਿੰਦਾ, ਜੇ ਮੈਨੂੰ ਲੱਭ ਲੋਗੇ ਤਾਂ ਫਿਰ ਵਿਦਾਇਗੀ ਵੀ ਦੇ ਦਿਓ। ਤੁਹਾਨੂੰ ਕੀ ਲੱਗਦਾ ਕਿ ਮੈਂ ਸਰੀਰ ਦੇ ਵਿੱਚ ਬੈਠਾ ਹੋਵਾਂਗਾ। ਸਾਨੂੰ ਬਹੁਤੀ ਵਾਰ ਇੰਝ ਲੱਗਦਾ ਵੀ ਜੋ ਮੈਂ ਹਾਂ ਤੇ ਮੇਰਾ ਸਰੀਰ ਹੈ, ਇਹ ਇੱਕ ਹੀ ਚੀਜ਼ ਹੈ। ਜੋ ਸਰੀਰ ਦੇ ਅੰਦਰ ਬੈਠਾ ਹੈ, ਜਿਹਦੇ ਕਰਕੇ ਇਹ ਸਾਰੀ ਹਲਚਲ ਹੋ ਰਹੀ ਹੈ, ਉਹਦਾ ਕੋਈ ਮੁੱਲ ਹੀ ਨਹੀਂ ਪਾਇਆ ਜਾ ਸਕਦਾ। ਤੇ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ ਤੇ ਜਿਸ ਨੇ ਇਹ ਸਾਰਾ ਕੁਝ ਦਿੱਤਾ ਹੈ, ਆ ਪੂਰਾ ਬ੍ਰਹਮੰਡ ਸਾਡੇ ਸਾਹਮਣੇ ਰੱਖ ਦਿੱਤਾ ਹੈ, ਤੇ ਉਹਦੀਆਂ ਚੀਜ਼ਾਂ ਮੈਂ ਉਹਦੇ ਅੱਗੇ ਰੱਖ ਕੇ ਤੇ ਮੈਂ ਕਹਿੰਦਾ ਹਾਂ ਉਹਨੂੰ ਖਰੀਦ ਲਵਾਂਗਾ। ਬਾਬਾ ਰਵਿਦਾਸ ਕਹਿੰਦੇ ਨੇ ਨਾ, ਤੇਰਾ ਕੀਆ ਤੁਝੇ ਕਿਆ ਅਰਪਾਂ। ਇਹ ਬੜੀ ਸੌਖੀ ਜੀ ਗੱਲ ਹੈ ਨਾ, ਵੀ ਕੋਈ ਬਾਜ਼ਾਰ ਦੇ ਵਿੱਚ ਚੀਜ਼ ਵਿਕਦੀ ਹੋਵੇ ਤੇ ਮੈਂ ਦੁਕਾਨ ਵਾਲੇ ਕੋਈ ਪੈਸੇ ਉਧਾਰ ਲਵਾਂ ਤੇ ਫਿਰ ਉਹਨੂੰ ਕਹਿ ਦੇਵਾਂ ਵੀ ਇਹਦੇ ਬਦਲੇ ਦੇ ਵਿੱਚ ਮੈਨੂੰ ਦੇ ਦੇਵੇ, ਤੇ ਕੀ ਉਹ ਚੀਜ਼ ਮੇਰੀ ਹੋ ਗਈ ਹੈ। ਤੇਰੋ ਕੀਆ ਤੁਝੇ ਕਿਆ ਅਰਪਾਂ, ਸਾਰਾ ਕੁਝ ਤੇ ਤੇਰਾ ਕੀਤਾ ਹੋਇਆ ਹੈ ਜੇ ਮੈਂ ਸੋਚਦਾ ਹਾਂ। ਇਹ ਚਿੰਤਨ ਦੇ ਵਿੱਚ ਸੋਚਣ ਵਾਲੀਆਂ ਗੱਲਾਂ ਨੇ, ਨਾ ਕਿ ਇੱਦਾਂ ਦੀਆਂ ਗੱਲਾਂ ਨੇ ਵੀ ਬਸ ਕਥਾ ਹੋ ਜਾਂਦੀ ਹੈ ਤੇ ਗੱਲ ਖਤਮ ਹੈ। ਸਾਨੂੰ ਪਤਾ ਲੱਗ ਜਾਵੇਗਾ ਵੀ ਬਲੀਆਂ ਦੇਣ ਦਾ ਰਿਵਾਜ ਕਿੱਥੇ ਆ ਕੇ ਗਲਤ ਹੋ ਜਾਂਦਾ, ਚੀਜ਼ਾਂ ਚੜ੍ਹਾਉਣ ਦਾ ਰਿਵਾਜ ਕਿੱਥੇ ਆ ਕੇ ਗਲਤ ਹੋ ਜਾਂਦਾ ਹੈ।
ਅਸਲ ਦੇ ਵਿੱਚ ਜੇ ਅਸੀਂ ਚਿੰਤਨ ਵਾਲੇ ਪਾਸੇ ਤੋਂ ਸੋਚਦੇ ਹਾਂ ਤੇ ਸਾਡਾ ਜਨਮ ਹੋਇਆ ਤੇ ਕੀ ਲੈ ਕੇ ਆਏ ਹਾਂ ਅਸੀਂ ਇਸ ਸੰਸਾਰ ਦੇ ਵਿੱਚ? ਕੁਝ ਵੀ ਨਹੀਂ। ਸਤਿਗੁਰੂ ਕਹਿੰਦੇ ਨਾਂਗੇ ਆਵਨ ਨਾਂਗੇ ਜਾਣਾ, ਤੇ ਅਟਲ ਸੱਚਾਈ ਹੈ, ਸਾਨੂੰ ਸਾਰਿਆਂ ਨੂੰ ਪਤਾ, ਭਾਵੇਂ ਮੰਨੀਏ ਤੇ ਭਾਵੇਂ ਨਾ ਮੰਨੀਏ। ਔਰ ਸਤਿਗੁਰੂ ਤੇ ਇੱਥੋਂ ਤੱਕ ਕਹਿੰਦੇ ਨੇ ਕਿ ਚਲੋ ਆ ਤੇ ਨੰਗੇ ਗਏ ਹਾਂ, ਜਾਣਾ ਸਰੀਰ ਵੀ ਨਾਲ ਨਹੀਂ ਹੈ, ਉਹ ਵੀ ਇੱਥੇ ਸੁਆਹ ਹੋ ਜਾਣਾ। ਜੋ ਤਨ ਉਪਜਿਆ ਸੰਗ ਸੋ ਭੀ ਸੰਗ ਨਾ ਹੋਇਆ। ਹੁਣ ਇਹਦਾ ਮਤਲਬ ਹੈ ਕਿ ਸਾਰਾ ਕੁਝ ਮੈਂ ਇਸ ਕੁਦਰਤ ਦੇ ਵਿੱਚੋਂ ਇਕੱਠਾ ਕੀਤਾ ਹੈ, ਇਸ ਬ੍ਰਹਮੰਡ ਦੇ ਵਿੱਚੋਂ ਇਕੱਠਾ ਕੀਤਾ ਹੈ। ਭਾਵੇਂ ਉਹ ਮੇਰੇ ਕੋਲ ਜਾਇਦਾਦ ਦੇ ਰੂਪ ਦੇ ਵਿੱਚ ਹੈ, ਭਾਵੇਂ ਉਹ ਪਰਿਵਾਰ ਦੇ ਰੂਪ ਦੇ ਵਿੱਚ ਹੈ, ਤੇ ਭਾਵੇਂ ਹੋਰ ਚੀਜ਼ਾਂ ਦੇ ਰੂਪ ਦੇ ਵਿੱਚ ਹੈ। ਜਿਹੜੀਆਂ ਚੀਜ਼ਾਂ ਮੈਂ ਉਹਦੇ ਅੱਗੇ ਅਰਪਣ ਕਰ ਦਿੰਦਾ ਤੇ ਮੈਨੂੰ ਲੱਗਦਾ ਵੀ ਇਹਦੇ ਬਦਲੇ ਦੇ ਵਿੱਚ ਹੁਣ ਉਹ ਮੇਰੇ ਆਖੇ ਲੱਗਣਾ ਸ਼ੁਰੂ ਹੋ ਜਾਵੇ। ਇਹ ਬੜਾ ਸੌਖਾ ਜਿਹਾ ਸੌਦਾ ਹੈ ਵੀ ਮੈਂ ਕਹਿੰਦਾ ਵੀ ਕੁਝ ਰੁਪਈਆਂ ਦੇ ਬਦਲੇ ਮੇਰੇ ਆਖੇ ਲੱਗ ਜਾ। ਚੱਕਰ ਤੇ ਆਖੇ ਲੱਗਣ ਦਾ ਹੀ ਚੱਲਦਾ ਪਿਆ ਹੈ ਵੀ ਕਿਵੇਂ ਉਹਨੂੰ ਮੈਂ ਆਪਣੇ ਵੱਸ ਦੇ ਵਿੱਚ ਕਰਾਂ, ਜੋ ਮੇਰੀ ਮਰਜ਼ੀ ਹੈ ਉਹ ਉੱਦਾਂ ਹੀ ਕਰਨ ਲੱਗ ਪਵੇ, ਜੋ ਮੈਂ ਚਾਹੁੰਦਾ ਹਾਂ ਰੱਬ ਉੱਦਾਂ ਕਰਨ ਲੱਗ ਪਵੇ। ਚੱਕਰ ਸਾਰਾ ਇਹੋ ਹੀ ਚੱਲਦਾ ਪਿਆ ਹੈ। ਬਹੁਤੇ ਪਾਠ ਵੀ ਇਸ ਕਰਕੇ ਹੋ ਰਹੇ ਨੇ, ਇਸ ਕਰਕੇ ਨਹੀਂ ਹੋ ਰਹੇ ਵੀ ਮੈਨੂੰ ਉਹਦੀ ਰਜ਼ਾ ਸਮਝ ਆ ਜਾਵੇ, ਇਸ ਕਰਕੇ ਹੋ ਰਹੇ ਨੇ ਵੀ ਉਹ ਮੇਰੀ ਰਜ਼ਾ ਨੂੰ ਸਮਝ ਲਵੇ, ਉਹ ਮੇਰੇ ਅਧੀਨ ਹੋ ਕੇ ਚੱਲੇ। ਗੋਲੀਆਂ ਮੈਂ ਆਪਣੀਆਂ ਚਲਾਵਾਂ, ਰੱਖਾਂ ਰੱਬ ਦੇ ਮੋਢੇ ਦੇ ਉੱਤੇ, ਇਹ ਇਸ ਕਰਕੇ ਪਾਠ ਪੂਜਾ ਹੋ ਰਹੀ ਹੈ, ਇਸ ਕਰਕੇ ਧਰਮ ਨਿਭਾਏ ਜਾ ਰਹੇ ਨੇ, ਇਸ ਕਰਕੇ ਚੀਜ਼ਾਂ ਅਰਪੀਆਂ ਜਾ ਰਹੀਆਂ ਨੇ। ਰੋਜ਼ ਪੜ੍ਹਦਾ ਵੀ ਪਿਆ ਹੈ ਜੋ ਤੁਧ ਭਾਵੈ ਸਾਈ ਭਲੀ ਕਾਰ, ਤੇ ਬਾਅਦ ਦੇ ਵਿੱਚ ਕਹਿ ਵੀ ਦਿੰਦਾ ਇੰਨੇ ਪਾਠ ਕੀਤਿਆਂ ਦਾ ਕੀ ਫਾਇਦਾ ਜੇ ਤੂੰ ਮੇਰੇ ਨਹੀਂ ਸੀ ਆਖੇ ਲੱਗਣਾ। ਉਹ ਫਿਰ ਕੀ ਹੋ ਗਿਆ? ਉੱਥੋਂ ਸਮਝੋਗੇ ਵੀ ਉਹ ਕੀ ਕਰਨਾ ਚਾਹੁੰਦਾ ਹੈ। ਹੁਣ ਇਹਨੂੰ ਜਦੋਂ ਅਸੀਂ ਸਾਰਾ ਕੁਝ ਸੰਸਾਰ ਦੇ ਵਿੱਚੋਂ ਇਕੱਠਾ ਕੀਤਾ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ। ਕਿਤੇ ਧਿਆਨ ਦੇ ਨਾਲ ਸੋਚੋ ਵੀ ਜੇ ਮੈਂ ਸੋਚਾਂ ਵੀ ਰੱਬ ਦੇ ਅੱਗੇ ਮੈਂ ਕੁਝ ਰੱਖ ਦੇਵਾਂ, ਅਸੀਂ ਇਹ ਵੀ ਸੋਚਾਂਗੇ ਵੀ ਰੱਖਦੇ ਪਏ ਹਾਂ ਤੇ ਕਿਉਂ ਰੱਖਦੇ ਹਾਂ ਭਲਾ ਗੁਰਦੁਆਰੇ ਦੇ ਵਿੱਚ, ਇਹ ਵੀ ਵੇਖਾਂਗੇ। ਬਸ ਜੇ ਇਹਨੂੰ ਚਿੰਤਨ ਦੇ ਵਿੱਚ ਥੋੜ੍ਹਾ ਜਿਹਾ ਸਮਝ ਦੇ ਵਿੱਚ ਸੋਚ ਕੇ ਵੇਖੋ ਵੀ ਜੇ ਭਲਾ ਰੱਬ ਦੇ ਅੱਗੇ ਕੁਝ ਰੱਖਣਾ ਪੈ ਜਾਵੇ ਤੇ ਕੀ ਰੱਖਾਂਗੇ ਅਸੀਂ। ਮੇਰੇ ਵਰਗਾ ਸੋਚੇਗਾ ਵੀ ਜੋ ਮੈਂ ਕਮਾਇਆ ਹੈ ਮੈਂ ਉਹ ਰੱਖ ਦੇਵਾਂ, ਤੇ ਕੀ ਕਮਾਇਆ ਵਾਕਿਆ ਹੀ ਮੇਰਾ ਹੈ? ਉਹ ਵੀ ਤਾਂ ਮੈਂ ਇਕੱਠਾ ਕੀਤਾ ਹੈ, ਤੇ ਉਹ ਤਾਂ ਮੇਰੇ ਤੋਂ ਪਹਿਲਾਂ ਵੀ ਸੀ, ਮੇਰੇ ਤੋਂ ਬਾਅਦ ਵੀ ਹੋਵੇਗਾ। ਤੇ ਮੈਂ ਸੋਚਦਾ ਵੀ ਮੈਂ ਆਪਣੀਆਂ ਕਮਾਈਆਂ ਉਹਦੇ ਅੱਗੇ ਰੱਖ ਦੇਣਾ ਹਾਂ, ਉਹਦੇ ਕੋਲੋਂ ਕਮਾਈ ਲੈ ਕੇ ਫਿਰ ਉਹਦੇ ਅੱਗੇ ਰੱਖੀ ਜਾ ਰਿਹਾ। ਬਹੁਤਿਆਂ ਨੂੰ ਇਹ ਵਹਿਮ ਹੈ ਵੀ ਮੈਂ ਆਪਣੀਆਂ ਚੀਜ਼ਾਂ ਉਹਦੇ ਅੱਗੇ ਰੱਖਦਾ ਪਿਆ ਹਾਂ, ਆਪਣੀਆਂ ਤਾਂ ਕਦੀ ਹੋ ਹੀ ਨਹੀਂ ਸਕਦੀਆਂ। ਸਤਿਗੁਰੂ ਕਹਿੰਦੇ ਸਾਡਾ ਤਾਂ ਸਰੀਰ ਆਪਣਾ ਨਹੀਂ ਹੈ, ਜੇ ਸਰੀਰ ਆਪਣਾ ਹੋਵੇ ਤਾਂ ਅਸੀਂ ਮਾਣ ਕਰੀਏ ਵੀ ਮੈਂ ਸਰੀਰ ਤੇਰੇ ਅੱਗੇ ਰੱਖ ਦਿੰਦਾ ਹਾਂ। ਔਰ ਇਸੇ ਕਰਕੇ ਬੜੀ ਗਹਿਰੀ ਗੱਲ ਹੈ, ਮਹਾਰਾਜ ਨੇ ਇਸੇ ਪੌੜੀ ਦੇ ਵਿੱਚ ਕਹੀ ਹੈ। ਸਤਿਗੁਰੂ ਕਹਿੰਦੇ ਨੇ ਸਿਰ ਸੌਂਪਣਾ ਉਹਨੂੰ। ਤਨ ਦੀ ਤੇ ਗੱਲ ਹੀ ਬੜੀ ਦੂਰ ਦੀ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ, ਉਹ ਇੱਕ ਪਾਸਾ ਹੈ, ਪਰ ਉਸ ਪਾਸੇ ਤੋਂ ਵੀ ਉੱਤੇ ਮਹਾਰਾਜ ਕਹਿੰਦੇ ਨੇ ਜਿਸ ਦਾ ਜੀਓ ਤਿਸ ਮਿਲ ਰਿਹਾ ਹਰ ਵਸੈ ਮਨ ਆਏ। ਇਹ ਉਹਦੇ ਤੋਂ ਵੀ ਅੱਗੇ ਦੀ ਗੱਲ ਹੈ ਇਸ ਪੌੜੀ ਦੇ ਅੰਦਰ। ਤੇ ਮੈਂ ਇੱਕ ਗੱਲ ਭਾਈ ਗੁਰਦਾਸ ਸਾਹਿਬ ਜੀ ਦੀ ਆਪ ਜੀ ਦੇ ਅੱਗੇ ਰੱਖ ਦੇਵਾਂ, ਪਰ ਉਹਦੇ ਤੋਂ ਪਹਿਲਾਂ ਮੈਂ ਇੱਕ ਪਾਸਾ ਆਪ ਜੀ ਦੇ ਅੱਗੇ ਹੋਰ ਰੱਖ ਦੇਵਾਂ, ਕਿਉਂਕਿ ਕਿਸੇ ਵੇਲੇ ਜਦੋਂ ਇੱਕ ਗੱਲ ਕੀਤੀ ਜਾ ਰਹੀ ਹੁੰਦੀ ਹੈ ਨਾ, ਉਦੋਂ ਉਹਦਾ ਇੱਕੋ ਹੀ ਮਤਲਬ ਹੁੰਦਾ ਹੈ, ਉਦੋਂ ਦੂਸਰੇ ਪਾਸਿਆਂ ਦਾ ਮਤਲਬ ਨਹੀਂ। ਤੁਸੀਂ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਵਿੱਚ ਆ ਕੇ ਜਾਂ ਲੋਕਾਂ ਦੀ ਮਦਦ ਦੇ ਲਈ ਕੁਝ ਵੀ ਪੈਸਾ ਪਾਉਂਦੇ ਹੋ, ਦਾਨ ਕਰਦੇ ਹੋ। ਦਾਨ ਸ਼ਬਦ ਵੈਸੇ ਗੁਰਮਤਿ ਦਾ ਹੈ ਹੀ ਨਹੀਂ। ਗੁਰਮਤਿ ਦੇ ਵਿੱਚ ਭੇਟਾ ਕੀਤੀ ਜਾਂਦੀ ਹੈ, ਗੋਲਕ ਦੇ ਵਿੱਚ ਜਾਂ ਕਿਤੇ ਵੀ ਭੇਟਾ ਹੁੰਦੀ ਹੈ, ਆਪਣੇ ਤੋਂ ਵੱਡੇ ਅੱਗੇ ਰੱਖੀ ਜਾਂਦੀ ਹੈ। ਦਾਨ ਆਪਣੇ ਤੋਂ ਛੋਟੇ ਨੂੰ ਕੀਤਾ ਜਾਂਦਾ ਹੈ, ਮੰਗਤਿਆਂ ਨੂੰ ਦਾਨ ਕੀਤਾ ਜਾਂਦਾ ਹੈ, ਗੁਰਦੁਆਰੇ ਭੇਟ ਕੀਤਾ ਜਾਂਦਾ ਹੈ ਆਪਣੇ ਤੋਂ ਵੱਡੇ ਨੂੰ। ਹੁਣ ਤੁਸੀਂ ਕਹੋਗੇ ਮੈਂ ਗੁਰਦੁਆਰੇ ਨੂੰ ਦਾਨ ਕੀਤਾ, ਵੀ ਕਿੱਡੇ ਕੁ ਵੱਡੇ ਦਾਨੀ ਹੋ ਗਏ ਦੁਨੀਆ ਦੇ ਵਿੱਚ ਅਸੀਂ। ਕਈ ਆਪਣਾ ਨਾਮ ਲਿਖਵਾਉਂਦੇ ਨੇ ਨਾ ਵੀ ਆਹ ਦਾਨੀ ਸੱਜਣਾ ਦੀ ਸੂਚੀ, ਗਲਤ ਲਫ਼ਜ਼ ਹੈ। ਦਾਨੀ ਲਫ਼ਜ਼ ਦਾਤਾ ਦਾਨੀ ਹੈ, ਅਤੇ ਗੁਰਦੁਆਰੇ ਵਿੱਚ ਕੋਈ ਆ ਕੇ ਦਾਤਾ ਬਣ ਗਿਆ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਿੱਥੇ ਕਰਾਂਗੇ ਅਸੀਂ, ਜਿਨ੍ਹਾਂ ਨੂੰ ਲੱਗਦਾ ਵੀ ਮੇਰੇ ਨਾਂ ਦੇ ਉੱਤੇ ਸਾਰਾ ਕੁਝ ਹੈ। ਹੁਣ ਅਸੀਂ ਇਹ ਜਿਹੜੀ ਚੀਜ਼ ਪਾਉਂਦੇ ਆ ਨਾ, ਇਹ ਸੰਗਤ ਦੇ ਵੱਲੋਂ ਪਾਈ ਗਈ ਹੈ ਅਤੇ ਸੰਗਤ ਦੇ ਲਈ ਹੀ ਹੈ। ਇਹ ਨਾ ਤਾਂ ਮੇਰੇ ਲਈ ਹੈ, ਮੈਂ ਸੰਗਤ ਦੇ ਵਿੱਚ ਹੋਵਾਂਗਾ ਤੇ ਵਰਤ ਸਕਦਾ ਹਾਂ। ਸੰਗਤ ਪਾ ਰਹੀ ਹੈ ਅਤੇ ਸੰਗਤ ਹੀ ਇਹਨੂੰ ਖਾਣ ਵਾਲੀ ਹੈ। ਇਹ ਇੱਕ ਪੱਕਾ ਨਿਯਮ ਹੈ। ਔਰ ਗੁਰਬਾਣੀ ਦਾ ਅਤੇ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਧਰਮਸਾਲ ਦੀ ਸੁਰਤ ਹੈ ਵੇ ਖੰਡੂ ਪਾਜ। ਇਹਦੀ ਸੁਰਤ ਇੱਦਾਂ ਦੀ ਹੈ ਵੀ ਸਮਝ ਲਓ ਵੀ ਖੰਡ ਦੇ ਉੱਤੇ ਜ਼ਹਿਰ ਲੱਗੀ ਪਈ ਹੈ, ਜੇ ਇਸ ਚੀਜ਼ ਦੇ ਵੱਲ ਧਿਆਨ ਹੋ ਗਿਆ ਹੈ। ਤੇ
ਸੰਗਤ ਦੀ ਚੀਜ਼ ਹੈ ਤੇ ਸੰਗਤ ਦੇ ਉੱਤੇ ਹੀ ਲੱਗੇਗੀ, ਭਾਵੇਂ 10 ਸਾਲਾਂ ਬਾਅਦ ਲੱਗ ਜਾਵੇ ਤੇ ਭਾਵੇਂ ਅਗਲੇ ਦਿਨ ਹੀ ਲੱਗ ਜਾਵੇ, ਉਹਦੇ ਨਾਲ ਮਤਲਬ ਨਹੀਂ ਹੈ। ਇਹ ਇਸ ਕਰਕੇ ਦਿੱਤਾ ਜਾਂਦਾ ਹੈ। ਤੇ ਮੈਂ ਇਸ ਕਰਕੇ ਬੇਨਤੀ ਕਰਦਾ ਹੁੰਦਾ ਵੀ ਜ਼ਰੂਰੀ ਨਹੀਂ ਹੈ ਵੀ ਜੇ ਚੌਲ ਲੈ ਕੇ ਆਉਂਦੇ ਨੇ ਤੇ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੀ ਲੈ ਕੇ ਆਉਣ ਦੀ ਲੋੜ ਹੈ। ਉਹ ਲੰਗਰ ਦੇ ਵਿੱਚ ਵੀ ਸਿੱਧੇ ਭੇਜੇ ਜਾ ਸਕਦੇ ਨੇ। ਅਸੀਂ ਇੱਕ ਪਾਸੇ 'ਤੇ ਕਹਿ ਦਿੰਦੇ ਵੀ ਰੱਬ ਸਾਰਾ ਕੁਝ ਵੇਖਦਾ ਤੇ ਫਿਰ ਸਪੈਸ਼ਲ ਚੌਲ ਵਿਖਾਉਣ ਲਿਆਉਂਦੇ ਉਹਨੂੰ। ਅਸੀਂ ਇੱਕ ਪਾਸੇ ਕਹਿ ਦਿੰਦੇ ਵੀ ਰੱਬ ਸਾਰਾ ਕੁਝ ਵੇਖਦਾ, ਫਿਰ ਅਸੀਂ ਦਾਲ ਵੀ ਵਿਖਾਉਂਦੇ ਹਾਂ ਉਹਨੂੰ ਲਿਆ ਕੇ। ਮੈਂ ਆਪ ਜੀ ਦੇ ਸ਼ਾਇਦ ਆਪ ਜੀ ਨੇ ਸੁਣੀ ਹੋਵੇ ਇਸ ਗੱਲ ਨੂੰ। ਉਹ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾ ਦੀਵਾਨ ਲੱਗਾ ਹੋਇਆ ਸੀ ਅਤੇ ਭਾਈ ਸੁਥਰਾ ਆ ਗਏ ਉਸ ਦੀਵਾਨ ਦੇ ਵਿੱਚ। ਅਤੇ ਉਹ ਵੇਖਦੇ ਵੀ ਗੁਰੂ ਸਾਹਿਬ ਨੂੰ ਮਿਲਣ ਵਾਲਿਆਂ ਦੀ ਲਾਈਨ ਬੜੀ ਲੰਮੀ ਲੱਗੀ ਪਈ ਹੈ। ਵੇਖਿਆ ਵੀ ਇੱਦਾਂ ਤਾਂ ਛੇਤੀ ਮਿਲਿਆ ਨਹੀਂ ਜਾਣਾ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕਹਿੰਦੇ ਠੀਕਰਾਂ ਤੋੜ ਕੇ ਨਾ, ਜਿਹੜੇ ਮਿੱਟੀ ਦੇ ਬਰਤਨ ਹੁੰਦੇ ਨੇ, ਤੋੜ ਕੇ ਅਤੇ ਇੱਕ ਬੋਰੀ ਦੇ ਵਿੱਚ ਭਰ ਲਿਆ ਅਤੇ ਮੋਢੇ 'ਤੇ ਲੱਦ ਲਿਆ। ਤੋ ਤੁਸੀਂ ਵੇਖੋ ਜਿਹੜੇ ਬੰਦੇ ਨੇ ਭਾਰ ਚੁੱਕਿਆ ਹੁੰਦਾ, ਮਾੜਾ ਜਿਹਾ ਕਹੀ ਜਾਵੇ ਪਰੇ ਹੋ ਜਾਓ ਪਰੇ ਹੋ ਜਾਓ, ਸਾਰੇ ਰਾਹ ਦੇ ਦਿੰਦੇ ਨੇ। ਉਹਨੇ ਲਿਆ ਕੇ ਠੀਕਰਾਂ ਚੁੱਕ ਕੇ ਮੋਢੇ 'ਤੇ ਭੱਜਾ ਆਇਆ ਅਤੇ ਗੁਰੂ ਸਾਹਿਬ ਦੇ ਪੈਰਾਂ ਦੇ ਅੱਗੇ ਰੱਖ ਦਿੱਤੀਆਂ। ਅਤੇ ਜਦੋਂ ਖੋਲ੍ਹ ਕੇ ਵੇਖਿਆ ਅਤੇ ਵਿੱਚ ਠੀਕਰਾਂ। ਅਤੇ ਮਹਾਰਾਜ ਕਹਿੰਦੇ ਭਾਈ ਇਹ ਕੀ? ਕਹਿੰਦੇ ਮਹਾਰਾਜ ਇਹਨਾਂ ਦੀ ਤਾਂ ਕਰਾਮਾਤ ਆ, ਤੁਹਾਡੇ ਦਰਸ਼ਨ ਹੋ ਗਏ ਨੇ ਅਤੇ ਜਿੰਨੀ ਲੈਣ ਵਾਲੇ ਸੀ ਇਹਨਾਂ ਨੇ ਤੁਹਾਨੂੰ ਨੇੜੇ ਆਉਣ ਦੇਣਾ ਸੀ। ਉਹ ਕਹਿੰਦੇ ਉੱਥੋਂ ਇੱਕ ਨਿਯਮ ਬਣਿਆ ਵੀ ਜਿਹੜਾ ਲੰਗਰ ਦਾ ਸਮਾਨ ਹੈ ਉਹ ਲੰਗਰ ਦੇ ਵਿੱਚ ਹੀ ਜਾਵੇਗਾ, ਜਿਹੜੀ ਜਿੱਥੋਂ ਦਾ ਸਮਾਨ ਹੈ ਉਹਨੂੰ ਉੱਥੇ ਹੀ ਭੇਜ ਦਿਓ। ਹੈਰਾਨੀ ਦੀ ਗੱਲ ਇਹ ਹੈ, ਅਸੀਂ ਹਰ ਇੱਕ ਚੀਜ਼ ਵਿਖਾਉਣੀ ਚਾਹੁੰਦੇ ਹਾਂ ਵੀ ਆਹ ਮੈਂ ਤੇਰੇ ਲਈ ਲੈ ਕੇ ਆਇਆ। ਇਸ ਕਰਕੇ ਇਹਨੂੰ ਇੱਕ ਪਾਸੇ ਨੂੰ ਸਮਝਣਾ ਹੈ। ਦੂਸਰੀ ਵਿਚਾਰ ਅਸੀਂ ਬਾਅਦ ਦੇ ਵਿੱਚ ਕਰਦੇ ਪਏ ਹਾਂ। ਗੁਰਦੁਆਰੇ ਦੇ ਅੰਦਰ ਜੋ ਵੀ ਸਮਾਨ ਆ ਰਿਹਾ ਹੈ, ਜ਼ਰੂਰੀ ਨਹੀਂ ਹੈ ਵੀ ਤੁਸੀਂ ਹਜ਼ੂਰੀ ਦੇ ਵਿੱਚ ਲੈ ਕੇ ਆਓ। ਹਜ਼ੂਰੀ ਦੇ ਵਿੱਚ ਲੈ ਕੇ ਆਉਣ ਵਾਲੀਆਂ ਚੀਜ਼ਾਂ ਨੇ। ਹੁਣ ਸਾਰਾ ਕੁਝ ਗੋਲਕ ਦੇ ਵਿੱਚ ਪਾਈ ਜਾਓ ਅਤੇ ਕਿਸੇ ਲੱਖ ਰੁਪਈਆ ਗੋਲਕ 'ਚ ਪਿਆ ਹੋਵੇ ਤਾਂ ਕੋਈ ਕਹੇ ਮੈਂ 5 ਕਿਲੋ ਦੁੱਧ ਵੀ ਗੋਲਕ 'ਚ ਪਾਉਣਾ, ਫਿਰ ਬਣਾ ਲਿਓ ਸਾਰਾ ਕੁਝ ਇਕੱਠਾ ਕਰਕੇ। ਇਹ ਇੱਕ ਪਾਸਾ ਹੈ। ਅਸੀਂ ਆਪਣੀ ਇੱਕ ਮਾਨਸਿਕਤਾ ਲੈ ਕੇ ਚੱਲਦੇ ਹਾਂ। ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਨਾ, ਤਾਂ ਕਈਆਂ ਨੇ ਬਰਤਨ ਦੇਣੇ ਹੁੰਦੇ ਨੇ, ਬਰਤਨ ਵੀ ਲਈ ਆਉਂਦੇ ਨੇ। ਉਹ ਇੱਥੋਂ ਤੱਕ ਵੇਖਣ ਨੂੰ ਆ ਜਾਂਦਾ ਵੀ ਉਹ ਮੰਜਾ ਵੀ ਅੰਦਰ ਲੈ ਆਉਂਦੇ ਨੇ, ਫਿਰ ਬਾਅਦ 'ਚ ਬਾਹਰ ਕਢਾਈਦਾ ਵੀ ਭਾਈ ਮੰਜਾ ਤਾਂ ਬਾਹਰ ਕੱਢ ਲਓ ਘੱਟੋ ਘੱਟ। ਇਹ ਕੀ ਭਾਵਨਾ ਹੈ? ਮੈਂ ਚਾਹੁੰਦਾ ਹਾਂ ਵੀ ਮੈਂ ਤੈਨੂੰ ਦਿੱਤਾ ਹੈ ਅਤੇ ਤੂੰ ਵੇਖ। ਤੂੰ ਕੀ ਵੇਖਣਾ? ਜਿਹੜੇ ਬਾਕੀ ਬੈਠੇ ਨੇ ਇਹ ਵੀ ਤਾਂ ਵੇਖਣ ਵੀ ਵਾਹ ਵੇਖੋ ਤਾਂ ਸਹੀ ਕਿੱਡਾ ਵੱਡਾ ਦਾਨੀ ਤੁਰਿਆ ਫਿਰਦਾ ਦੁਨੀਆ ਦੇ ਉੱਤੇ। ਇਹ ਜਿੰਨੀਆਂ ਚੀਜ਼ਾਂ ਨੇ ਗੁਰਦੁਆਰੇ ਦੀਆਂ, ਛੋਟੀ ਤੋਂ ਛੋਟੀ ਚੀਜ਼ ਲੈ ਕੇ ਅਤੇ ਵੱਡੀ ਤੋਂ ਵੱਡੀ ਚੀਜ਼ ਲੈ ਕੇ, ਇਹ ਸੰਗਤ ਦੀ ਹੈ। ਸੰਗਤ ਚਾਹੇ ਜਿੱਦਾਂ ਮਰਜ਼ੀ ਵਰਤ ਸਕਦੀ ਹੈ। ਸੰਗਤ ਰਲ ਕੇ ਕਹਿ ਦੇਵੇ ਇੱਦਾਂ ਹੋਵੇਗਾ ਅਤੇ ਇੱਦਾਂ ਹੀ ਹੋਵੇਗਾ। ਮਤਾਂ ਕਿਤੇ ਸੋਚਿਓ ਵੀ ਇੱਕ ਬੰਦਾ ਕਵੇ ਮੇਰੀ ਮਰਜ਼ੀ ਚੱਲੇ ਅਤੇ ਬਾਕੀ ਸੰਗਤ ਦੀ ਮਰਜ਼ੀ ਨਾ ਚੱਲੇ। ਸੰਗਤ ਵੀ ਸਮਝਦਾਰ ਹੋਣੀ ਚਾਹੀਦੀ ਹੈ, ਇਹ ਪੱਕਾ ਪਾਸਾ ਹੈ। ਪਰ ਇਹ ਸਾਰਾ ਕੁਝ ਸੰਗਤ ਦੇ ਕਰਕੇ ਹੈ ਅਤੇ ਸੰਗਤ ਦਾ ਹੀ ਹੈ। ਇਹ ਇੱਕ ਪਾਸਾ ਹੈ। ਅਸੀਂ ਜੋ ਕੁਝ ਪਾ ਰਹੇ ਹਾਂ ਇਹ ਸੰਗਤ 'ਤੇ ਖਰਚ ਹੋਣਾ ਹੈ, ਵੰਡ ਕੇ ਛਕਣਾ ਹੈ। ਇਸ ਕਰਕੇ ਇਹ ਚੀਜ਼ਾਂ ਨੇ। ਹੁਣ ਦੂਸਰੀ ਗੱਲ, ਮੇਰੇ ਵਰਗਾ ਕੋਈ ਚੀਜ਼ ਚੜ੍ਹਾ ਕੇ ਅਤੇ ਇਹ ਸੋਚੇ ਵੀ ਮੈਂ ਹੁਣ ਇਹਦੇ ਚੀਜ਼ ਦੇ ਬਦਲੇ ਖਰੀਦ ਲਵਾਂਗਾ, ਵੀ ਇਹਦੇ ਬਦਲੇ ਮੈਨੂੰ ਰੱਬ ਕੁਝ ਦੇ ਦੇਵੇਗਾ, ਸਵਾਲ ਹੀ ਪੈਦਾ ਨਹੀਂ ਹੁੰਦਾ। ਜੇ ਇਹ ਦਾਨ ਕੀਤੇ ਮਾਲਕ ਮਿਲਦਾ ਹੁੰਦਾ ਨਾ, ਅਤੇ ਜਿੰਨੇ ਦੁਨੀਆ ਦੇ ਉੱਤੇ ਵੱਡੇ ਵੱਡੇ ਦਾਨੀ ਨੇ ਉਹ ਸਾਰੇ ਜਾਣੇ ਅੱਜ ਕੱਲ੍ਹ ਰੱਬ 'ਤੇ ਕਬਜ਼ਾ ਕਰਕੇ ਬੈਠੇ ਹੁੰਦੇ। ਇੱਕ ਭਾਈ ਗੁਰਦਾਸ ਸਾਹਿਬ ਜੀ ਦਾ ਬੋਲ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਜੈਸੇ ਫਲ ਫੂਲਹਿ ਲੈ ਜਾਏ ਬੰਦ ਰਾਏ ਪ੍ਰਤ, ਕਰੇ ਅਭਿਮਾਨ ਕਹੋ ਕੈਸੇ ਬਨ ਆਵੇ ਜੀ। ਦੇ ਵੀ ਕੋਈ ਬੰਦਾ ਨਾ ਫੁੱਲਾਂ ਦੇ ਬਾਗ ਦੇ ਵਿੱਚ ਗਿਆ ਅਤੇ ਉੱਥੇ ਨਾ ਉਹਨੂੰ ਅੱਗੇ ਮਾਲੀ ਮਿਲ ਪਿਆ। ਅਤੇ ਉਹਨੇ ਕੀ ਕੀਤਾ, ਜਦੋਂ ਉਹ ਮਾਲੀ ਨੂੰ ਮਿਲਣਾ ਸੀ ਨਾ, ਤਾਂ ਮਾਲੀ ਨੂੰ ਮਿਲਣ ਤੋਂ ਪਹਿਲਾਂ ਉਹਨੇ ਬੜੇ ਬੜੇ ਸੋਹਣੇ ਫੁੱਲ ਤੋੜ ਲਏ। ਅਤੇ ਮਾਲੀ ਨੂੰ ਮਿਲਣ ਤੋਂ ਪਹਿਲਾਂ ਕਹਿੰਦਾ ਆਹ ਫੁੱਲ ਮੈਂ ਤੇਰੇ ਲਈ ਲੈ ਕੇ ਆਇਆ। ਮਾਲੀ ਹੱਸ ਪਿਆ ਤੇ ਵੀ ਇੱਥੋਂ ਹੀ ਫੁੱਲ ਤੋੜ ਕੇ ਅਤੇ ਇਹੋ ਹੀ ਚੀਜ਼ਾਂ ਮੇਰੇ ਅੱਗੇ ਰੱਖੀ ਜਾਂਦਾ ਅਤੇ ਤੈਨੂੰ ਲੱਗਦਾ ਵੀ ਤੂੰ ਮੇਰੇ ਅੱਗੇ ਕੁਝ ਅਰਪਣ ਕਰ ਦਿੱਤਾ ਹੈ। ਜੈਸੇ ਫਲ ਫੁੱਲ ਹੈ ਲੈ ਜਾਏ ਬਨ ਰਾਏ ਪ੍ਰਤ, ਕਰੇ ਅਭਿਮਾਨ, ਅਤੇ ਮਨ ਦੇ ਵਿੱਚ ਹੰਕਾਰੀ ਵੀ ਹੋ ਜਾਵੇ ਵੀ ਆਹ ਵੇਖੋ ਜੀ ਮੈਂ ਕਿੰਨਾ ਤੁਹਾਡੇ ਅੱਗੇ ਕੁਝ ਰੱਖਦਾ ਪਿਆ ਹਾਂ। ਕਹੋ ਕੈਸੇ ਬਨੇ ਆਵੇ ਜੀ। ਫਿਰ ਉਹਨਾਂ ਨੇ ਗੱਲ ਕਹੀ, ਕਹਿੰਦੇ ਹੋਰ ਇੱਕ ਬੰਦੇ ਦੀ ਸੁਣ ਲਓ। ਉਹਨੇ ਪਾਣੀ ਦੇ ਵਿੱਚੋਂ ਮੋਤੀ ਕੱਢੇ, ਪਾਣੀ ਦੇ ਵਿੱਚੋਂ ਨਿਕਲਦੇ ਨੇ, ਅਤੇ ਪਾਣੀ ਦੇ ਵਿੱਚੋਂ ਮੋਤੀ ਕੱਢ ਕੇ ਅਤੇ ਫਿਰ ਪਾਣੀ ਦੇ ਅੱਗੇ ਪੇਸ਼ ਕਰਦਾ ਪਿਆ ਵੀ ਆਹ ਵੇਖ ਮੈਂ ਕੁਝ ਮੋਤੀ ਤੇਰੇ ਲਈ ਲੈ ਕੇ ਆਇਆ ਹਾਂ। ਅਤੇ ਬੜੀ ਤਾਰੀਫ ਕਰਦਾ ਪਿਆ, ਇਹ ਬੜੇ ਮਹਿੰਗੇ ਨੇ, ਇਹ ਬੜੇ ਕੀਮਤੀ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਜੈਸੇ ਮੁਕਤਾਹਲ ਸਮੁੰਦਰ ਹੈ ਦਿਖਾਏ ਜਾਵੇ, ਬਾਰ ਬਾਰ ਹੀ ਸਰਾ ਹੈ ਸ਼ੋਭਾ ਤੋਂ ਨਾ ਪਾਵੇ ਜੀ। ਮੋਤੀ ਸਮੁੰਦਰ ਨੂੰ ਵਿਖਾ ਰਿਹਾ ਹੈ ਵੀ ਉਹਦੇ ਕੋਲ ਘਾਟਾ ਇਹਨਾਂ ਚੀਜ਼ਾਂ ਦਾ। ਜੈਸੇ ਕਨੀ ਕੰਚਨ ਸੁਮੇਰ ਸਨਮੁਖ ਰੱਖ, ਮਨ ਮੈਂ ਗਰਭ ਕਰੇ ਬਾਵਰੂ ਕਹਾਵੇ ਜੀ।
ਪਹਾੜਾਂ ਦੇ ਵਿੱਚ ਇੰਨਾ ਸੋਨਾ ਨਿਕਲਦਾ ਤੇ ਕੋਈ ਛੋਟੇ ਜੀ ਸੋਨੇ ਦੀ ਇੱਕ ਕਣੀ ਲੈ ਕੇ ਤੇ ਉੱਥੇ ਜਾਵੇ ਵੀ ਆਹ ਮੈਂ ਤੁਹਾਡੇ ਅੱਗੇ ਅਰਪਣ ਕਰਨ ਦੇ ਲਈ ਆਇਆ। ਪਹਾੜਾਂ ਦੇ ਵਿੱਚ ਸੋਨੇ ਦਾ ਘਾਟਾ ਕਿਤੇ। ਭਾਈ ਗੁਰਦਾਸ ਸਾਹਿਬ ਕਹਿੰਦੇ ਅਸਲ ਦੇ ਵਿੱਚ ਬੰਦੇ ਦੀ ਹਾਲਤ ਇਹ ਹੈ, ਤੈਸੇ ਗਿਆਨ ਧਿਆਨ ਠਾਨ ਪ੍ਰਾਨ ਦੇ ਰਿਝਾਇਓ, ਚਾਹੇ ਪ੍ਰਾਨਪਤ ਸਤਿਗੁਰ ਕੈਸੇ ਕਹਿ ਰਝਾਵੇ ਜੀ। ਬੰਦਾ ਆਪਣੇ ਗਿਆਨ ਦੇ ਬਦਲੇ ਉਹਨੂੰ ਜਿੱਤਣਾ ਚਾਹੁੰਦਾ ਵੀ ਇੰਨੇ ਪਾਠ ਕਰ ਲਏ ਨੇ, ਹੁਣ ਤੇ ਮੇਰੇ ਆਖੇ ਲੱਗ, ਇੰਨਾ ਵੱਡਾ ਮੈਂ ਧਿਆਨੀ ਹੋ ਗਿਆ ਹਾਂ, ਤੂੰ ਅਜੇ ਵੀ ਮੇਰੀ ਗੱਲ ਨਹੀਂ ਮੰਨਦਾ। ਮੈਂ ਇੰਨਾ ਕੁਝ ਤੇਰੇ ਅੱਗੇ ਰੱਖਦਾ ਹਾਂ, ਤੂੰ ਅਜੇ ਵੀ ਮੇਰੇ ਬਦਲੇ ਦੇ ਵਿੱਚ ਮੇਰੇ ਕੋਲ ਨਹੀਂ ਆਉਂਦਾ। ਸਤਿਗੁਰੂ ਕਹਿੰਦੇ ਭਾਈ ਉਹ ਤਾਂ ਹੈ ਹੀ ਅਮੁੱਲਕ ਹੈ, ਉਹਨੂੰ ਤੁਸੀਂ ਮੁੱਲ ਦੇ ਨਾਲ ਤੇ ਸੋਚ ਵੀ ਨਹੀਂ ਸਕਦੇ ਉਸ ਚੀਜ਼ 'ਤੇ ਵੀ ਤੁਸੀਂ ਜੇ ਸੋਚੋਗੇ ਵੀ ਹਾਂ ਮੈਂ ਇਸ ਚੀਜ਼ ਦੇ ਬਦਲੇ ਕੁਝ ਲੈ ਲਵਾਂ। ਅਤੇ ਆਪ ਜੀ ਦੇ ਅੱਗੇ ਬਾਬਾ ਕਬੀਰ ਸਾਹਿਬ ਜੀ ਦਾ ਇੱਕ ਵਚਨ ਮੈਂ ਰੱਖ ਦੇਵਾਂ, ਬੜਾ ਪ੍ਰਚਲਿਤ ਸ਼ਬਦ ਹੈ, ਤੁਹਾਨੂੰ ਯਾਦ ਵੀ ਹੋਵੇਗਾ। ਹਜ਼ੂਰ ਕਹਿੰਦੇ ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਅਸੀਂ ਪਹਿਲੀ ਪੰਕਤੀ ਨੂੰ ਸਿਰਫ ਸਮਝ ਲਈਏ ਅਤੇ ਭਗਤ ਨਾਮਦੇਵ ਕਹਿੰਦੇ ਨੇ ਅਸ ਦਾਨ ਗਜ ਦਾਨ ਸਹਿਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤ ਹੈ ਕੀਜੈ, ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰਤਾਉ ਨਾ ਪੂਜੈ। ਕਹਿੰਦੇ ਤੁਸੀਂ ਘੋੜੇ ਦਾਨ ਕਰ ਦਿਓ, ਹਾਥੀ ਦਾਨ ਕਰ ਦਿਓ, ਈਵਨ ਕਿ ਇੱਕ ਪੁਰਾਣੇ ਸਮੇਂ ਦੇ ਵਿੱਚ ਰਿਵਾਜ ਸੀ ਲੋਕ ਆਪਣੀਆਂ ਇਸਤਰੀਆਂ ਵੀ ਦਾਨ ਕਰ ਦਿੰਦੇ ਹੁੰਦੇ ਸੀ, ਅਤੇ ਤੁਸੀਂ ਘਰ ਦੇ ਸਾਰੇ ਸਾਜੋ ਸਮਾਨ ਸਮੇਤ ਇਸਤਰੀ ਵੀ ਦਾਨ ਕਰ ਦਿਓ, ਔਰ ਸੋਨਾ ਦਾਨ ਕਰ ਦਿਓ, ਉਹ ਵੀ ਕਿੰਨਾ, ਆਪ ਬਰਾਬਰ ਕੰਚਨ ਦੀਜੈ, ਤੁਹਾਡੇ ਆਪਣੇ ਤੋਲ ਦੇ ਬਰਾਬਰ ਦਾ, ਵੀ ਜਿੰਨਾ ਭਾਰ ਤੁਹਾਡਾ ਹੈ ਤੁਸੀਂ ਇਸ ਭਾਰ ਦੇ ਬਦਲੇ ਸੋਨਾ ਵੀ ਦੇ ਦਿਓ। ਐਸੋ ਦਾਨ ਨਿਤ ਨਿਤ ਹੈ ਕੀਜੈ, ਆਤਮ ਜੋ ਨਿਰਮਾਇਲ ਕੀਜੈ, ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰਤਾਉ ਨਾ ਪੂਜੈ। ਕਹਿੰਦੇ ਫਿਰ ਵੀ ਚੀਜ਼ ਰੱਬ ਦੇ ਨਾਮ ਦੇ ਮੁਕਾਬਲੇ ਦੇ ਉੱਤੇ ਨਹੀਂ ਪਹੁੰਚਦੀ। ਇਹਦਾ ਮਤਲਬ ਹੈ ਵੀ ਇੱਕ ਚੀਜ਼ ਤਾਂ ਸਾਨੂੰ ਸਮਝਣ ਦੀ ਲੋੜ ਹੈ ਵੀ ਜੇ ਬੰਦਾ ਗਰੀਬ ਹੈ ਤਾਂ ਉਹ ਇਹ ਸੋਚੇ ਵੀ ਮੇਰੇ ਕੋਲ ਤਾਂ ਕੁਝ ਦੇਣ ਨੂੰ ਹੈ ਹੀ ਨਹੀਂ, ਇਹ ਉਹਦੇ ਲਈ ਵੀ ਗੱਲ ਓਨੀ ਇੰਪੋਰਟੈਂਟ ਹੈ ਵੀ ਉਹਦੇ ਕੋਲ ਦੇਣ ਲਈ ਚੀਜ਼ਾਂ ਦੀ ਲੋੜ ਨਹੀਂ ਆ, ਉਹਦੇ ਕੋਲ ਦੇਣ ਦੇ ਲਈ ਕੋਈ ਹੋਰ ਚੀਜ਼ ਦੀ ਲੋੜ ਹੈ, ਉਹ ਹੈ ਸਾਡਾ ਆਪਾ ਜਿਹੜਾ ਸਾਰਿਆਂ ਦੇ ਕੋਲ ਹੁੰਦਾ ਹੈ। ਅਤੇ ਕੋਈ ਅਮੀਰ ਸੋਚੇ ਵੀ ਮੈਂ ਵੱਡੀਆਂ ਚੀਜ਼ਾਂ ਦੇ ਕੇ ਉਹਨੂੰ ਆਪਣੇ ਵੱਸ ਦੇ ਵਿੱਚ ਕਰ ਲਵਾਂਗਾ, ਇਹ ਉਹਦੇ ਲਈ ਵੀ ਗੱਲ ਓਨੀ ਹੈ ਵੀ ਉਹ ਇਹਨਾਂ ਚੀਜ਼ਾਂ ਦੇ ਬਰਾਬਰੀ ਦੇ ਉੱਤੇ ਕੁਝ ਵੀ ਨਹੀਂ ਆਉਂਦਾ, ਇਹਨਾਂ ਚੀਜ਼ਾਂ ਦੇ ਮੁਕਾਬਲੇ ਦੀ ਗੱਲ ਹੀ ਨਹੀਂ ਹੈ ਉਸ ਪਾਸੇ ਤੋਂ। ਮਤਾਂ ਕਿਤੇ ਸੋਚ ਲੈਣਾ ਇਸ ਗੱਲ ਨੂੰ, ਕਿਉਂਕਿ ਤੁਸੀਂ ਰੋਜ਼ ਹਾਜ਼ਰੀਆਂ ਭਰਨ ਵਾਲੇ ਹੋ, ਤੁਸੀਂ ਫਿਰ ਵੀ ਇਸ ਗੱਲ ਨੂੰ ਸਮਝਦੇ ਹੋਵੋਗੇ ਉਹ ਚੀਜ਼ਾਂ ਦੇ ਬਰਾਬਰੀ ਦੇ ਉੱਤੇ ਨਹੀਂ ਹੈ। ਉਹ ਜਿਸ ਤਰ੍ਹਾਂ ਗੱਲ ਤਾਂ ਚਲੋ ਮਜ਼ਾਕ ਦੇ ਵਿੱਚ ਹੀ ਹੁੰਦੀ ਹੈ, ਪਰ ਉਹ ਕਰਦੇ ਹੁੰਦੇ ਨੇ ਵੀ ਕਿਸੇ ਬੰਦੇ ਨੇ 10 ਰੁਪਈਆਂ ਦਾ ਮੱਥਾ ਟੇਕਿਆ ਅਤੇ ਕਹਿੰਦਾ ਮਹਾਰਾਜ ਟਰੈਕਟਰ ਦੇ ਦੇ ਮੈਨੂੰ, ਅਤੇ ਕਹਿੰਦਾ 10 ਦਾ ਹੋਰ, ਤੇ ਕਿਤੇ ਟਰਾਲੀ ਵੀ ਮੰਗ ਲਾ ਮਗਰੇ। ਸੌਖਾ ਨਾ ਕੰਮ, ਕਿੱਡਾ ਸੌਖਾ ਕੰਮ ਇਹ ਚੀਜ਼ਾਂ ਮੰਗ ਲੈਣਾ। ਇਹ ਨਹੀਂ ਕਹਿੰਦਾ ਮੈਨੂੰ ਮਾਫ਼ ਕਰਿਓ ਮੈਂ ਵੀ ਮੰਗਦਾ ਜੀ, ਉਹ ਮੇਰਾ ਮਾਲਕ ਹੈ। ਸਤਿਗੁਰੂ ਕਹਿੰਦੇ ਤੇ ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ, ਤੈਨੂੰ ਛੱਡ ਕੇ ਤੇ ਹੋਰ ਮੰਗੀਏ ਵੀ ਕਿੱਥੇ, ਪਰ ਮੈਂ ਇਸ ਭਾਵਨਾ ਦੇ ਨਾਲ ਨਹੀਂ ਮੰਗਦਾ ਵੀ ਚੀਜ਼ਾਂ ਦੇ ਬਦਲੇ ਦੇ ਵਿੱਚ ਕੁਝ ਮਿਲੇਗਾ, ਅਤੇ ਫਿਰ ਤਾਂ ਸੌਦਾ ਹੋ ਗਿਆ। ਇੱਕ ਭਾਈ ਨੰਦ ਲਾਲ ਜੀ ਦਾ ਬਚਨ ਹੈ, ਉਹ ਕਹਿ ਕੇ ਤੇ ਅਸੀਂ ਫਿਰ ਇਸ ਪੰਕਤੀ ਦੇ ਵੱਲ ਆਵਾਂਗੇ। ਉਹ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਦਿਨ ਕਹਿ ਬੈਠਾ ਵੀ ਮਹਾਰਾਜ ਮੈਂ ਸ਼ੁਰੂ ਦੇ ਵਿੱਚ ਗੱਲ ਕੀਤੀ ਹੈ ਕਿ ਅਸੀਂ ਵੱਧ ਤੋਂ ਵੱਧ ਕੀ ਚੀਜ਼ ਦੇ ਸਕਦੇ ਹਾਂ, ਅੰਤ ਨੂੰ ਅਸੀਂ ਪਤਾ ਕੀ ਕਵਾਂਗੇ ਕਿ ਮੈਂ ਆਪਣਾ ਆਪਾ ਹੀ ਤੈਨੂੰ ਦੇ ਸਕਦਾ ਹਾਂ, ਬਾਕੀ ਦੀ ਚੀਜ਼ਾਂ ਸਾਰੀਆਂ ਉਧਾਰੀਆਂ ਹੋਈਆਂ ਨੇ ਮੇਰੇ ਕੋਲ, ਪਤਾ ਨਹੀਂ ਅੱਜ ਹੈ ਨੇ ਕੱਲ੍ਹ ਹੋਣਗੀਆਂ ਕਿ ਨਹੀਂ। ਮੇਰੇ ਕੋਲ ਅੰਤ ਦੇ ਵਿੱਚ ਆਪਣਾ ਸਰੀਰ ਰਹਿ ਜਾਂਦਾ ਵੀ ਭਰਾਵਾ ਸਰੀਰ ਰਹਿ ਗਿਆ ਹੀ, ਹੁਣ ਇਹੋ ਹੀ ਤੇਰੇ ਅੱਗੇ ਰੱਖਿਆ ਜਾ ਸਕਦਾ, ਇਹਦੇ ਤੋਂ ਵੱਧ ਕੁਝ ਨਹੀਂ। ਅਤੇ ਪਰ ਭਾਈ ਨੰਦ ਲਾਲ ਤੇ ਇਹਦੇ ਤੋਂ ਵੀ ਉੱਤੇ ਦੀ ਗੱਲ ਕਰ ਜਾਂਦੇ ਨੇ। ਉਹ ਕਹਿੰਦੇ ਨੇ ਗੁਫਤਮ ਕੇ ਜਾਨੋ ਦੇਹਮ, ਫਾਰਸੀ ਦੇ ਵਿੱਚ ਸ਼ੇਰ ਹੈ, ਉਹ ਕਹਿੰਦੇ ਗੁਫਤਮ ਕੇ ਜਾਨੋ ਦੇਹਮ ਇਵਜ਼ੇ ਜਕ ਨਿਗਾਹੇ ਤੋਂ। ਅਤੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿ ਬੈਠਾ ਕਿ ਸੱਚੇ ਪਾਤਸ਼ਾਹ ਮੇਰੀ ਜਾਨ ਤੇਰੇ ਅੱਗੇ ਹਾਜ਼ਰ ਹੈ, ਬਸ ਤੂੰ ਇੱਕ ਵਾਰ ਅੱਖ ਭਰ ਕੇ ਤੇ ਮੇਰੇ ਵੱਲ ਵੇਖ ਲੈ, ਤੂੰ ਇੱਕ ਵਾਰ ਮੇਰੇ ਵੱਲ ਵੇਖ, ਇਹਦੇ ਬਦਲੇ ਦੇ ਵਿੱਚ ਨਾ ਮੈਂ ਤੇਰੇ ਅੱਗੇ ਆਪਣਾ ਆਪਾ ਅਰਪਣ ਕਰ ਦੇਣਾ ਵੀ ਮੈਂ ਵਾਰਿਆ ਤੇਰੇ ਤੋਂ, ਤੂੰ ਇੱਕ ਵਾਰ ਮੇਰੇ ਵੱਲ ਵੇਖ ਤੇ ਸਹੀ। ਅਤੇ ਕਹਿੰਦੇ ਅੱਗੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਤਾ ਕੀ ਕਹਿੰਦੇ, ਗੁਫਤਾ ਮਿਆਨੇ ਮਾਂ ਉਹ ਤੋਂ ਸੌਦਾ ਨਵੇਂ ਸ਼ਬਦ। ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦਾ ਵੀ ਇਹ ਤੇਰੇ ਮੇਰੇ ਵਿੱਚ ਸੌਦਾ ਨਹੀਂ ਹੋ ਸਕਦਾ, ਵੀ ਤੂੰ ਤਾਂ ਸੌਦੇਬਾਜ਼ੀ ਨਾਲ ਚੱਲਣਾ ਚਾਹੁੰਦਾ ਨਾ, ਭਾਵੇਂ ਤੂੰ ਜੀ ਵੀ ਦੇ ਰਿਹਾ ਹੈ ਪਰ ਸੌਦਾ ਚਾਹ ਰਿਹਾ ਹੈ ਵੀ ਇਹਦੇ ਬਦਲੇ ਦੇ ਵਿੱਚ ਮੈਨੂੰ ਕੁਝ ਮਿਲ ਜਾਵੇ, ਤੇਰੇ ਅਤੇ ਮੇਰੇ ਵਿੱਚ ਸੌਦੇਬਾਜ਼ੀ ਨਹੀਂ ਹੋ ਸਕਦੀ। ਇਸ ਕਰਕੇ ਇਸ ਚੀਜ਼ ਨੂੰ ਸੋਚਣਾ, ਅਸੀਂ ਜਦੋਂ ਕਿਸੇ ਚੀਜ਼ ਦੇ ਬਦਲੇ ਦੇ ਵਿੱਚ ਕੁਝ ਲੈਣ ਦੀ ਕੋਸ਼ਿਸ਼ ਕਰਦੇ ਹਾਂ ਨਾ, ਫਿਰ ਉਹ ਸਾਡੀਆਂ ਸੌਦੇਬਾਜ਼ੀਆਂ ਹੋ ਜਾਂਦੀਆਂ ਨੇ। ਕੋਈ 40 ਦਿਨਾਂ ਦੇ ਬਦਲੇ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰਦਾ ਪਿਆ ਹੈ ਕੁਝ,
ਕੁਝ 40 ਪਾਠਾਂ ਦੇ ਬਦਲੇ ਦੇ ਵਿੱਚ ਕੁਝ ਲੈਣ ਦੀ ਕੋਸ਼ਿਸ਼ ਕਰਦਾ ਪਿਆ ਹੈ। ਅਤੇ ਮੈਂ ਸੌਖੀ ਜੀ ਗੱਲ ਕਰ ਦੇਵਾਂ, ਕਈਆਂ ਨੇ ਤੇ ਰੱਬ ਨੂੰ ਐਡਾ ਸੌਖਾ ਸਮਝਾਇਆ, ਉਹ ਤੇ ਇੱਕ ਬੱਕਰੇ ਦੇ ਬਦਲੇ ਰੱਬ ਖਰੀਦਣ ਨੂੰ ਫਿਰਦੇ ਨੇ ਵੀ ਸਾਲ ਬਾਅਦ ਬਲੀ ਦੇ ਦਿੱਤੀ ਰੱਬ ਖਰੀਦ ਲਿਆ। ਕਰਦੇ ਨੇ ਨਾ, ਤੁਸੀਂ ਵੇਖੋ, ਭਾਵੇਂ ਰੱਬ ਦੇ ਨਾਂ 'ਤੇ ਕਰੀ ਜਾਣ। ਕਿੱਡਾ ਸੌਖਾ ਧਰਮ ਹੋ ਗਿਆ ਵੀ ਅਸੀਂ ਬਲੀ ਦੇ ਦਿੱਤੀ ਅਤੇ ਰੱਬ ਸਾਡਾ ਹੋ ਗਿਆ। ਉਹ ਬੱਕਰੇ ਨੂੰ ਭਾਵੇਂ ਮਿਲ ਜਾਵੇ, ਕਿਉਂਕਿ ਉਹਨੇ ਤਾਂ ਆਪਣਾ ਆਪਾ ਕੁਰਬਾਨ ਕਰ ਦਿੱਤਾ, ਅਤੇ ਸਾਡੇ ਉੱਤੇ ਤਾਂ ਕਤਲ ਦਾ ਇਲਜ਼ਾਮ ਆ ਜਾਵੇਗਾ। ਇਸ ਚੰਗੀ ਭਲੀ ਜਿਉਂਦੀ ਜਾਗਦੀ ਚੀਜ਼ ਨੂੰ ਮਾਰ ਕੇ ਰੱਖ ਦਿੱਤਾ। ਮੈਨੂੰ ਜਦੋਂ ਇਸ ਗੱਲ ਦੀ ਭਾਵਨਾ ਦੇ ਵਿੱਚ ਕਿਤੇ ਲੱਗਣ ਲੱਗੇ, ਗੁੱਸਾ ਆਉਣ ਲੱਗੇ, ਜਾਂ ਮੈਂ ਚਾਹਾਂ ਵੀ ਇੰਨਾ ਕੁਝ ਮੈਂ ਤੇਰੇ ਅੱਗੇ ਰੱਖਿਆ ਅਤੇ ਤੂੰ ਮੇਰੀ ਗੱਲ ਹੀ ਨਹੀਂ ਸੁਣੀ, ਮਹਾਰਾਜ ਕਹਿੰਦੇ ਜੋ ਮਰਜ਼ੀ ਜ਼ੋਰ ਲਾ ਲਓ, ਤੁਸੀਂ ਕੁਝ ਵੀ ਨਹੀਂ ਉਹਦੇ ਅੱਗੇ ਰੱਖਿਆ। ਉਹ ਕੁਝ ਰੱਖਿਆ ਵੀ ਕੀ ਜਾ ਸਕਦਾ ਹੈ ਉਹਦੇ ਅੱਗੇ? ਚੀਜ਼ਾਂ ਰੱਖੀਆਂ ਜਾ ਸਕਦੀਆਂ ਨੇ, ਚੀਜ਼ਾਂ ਦਾ ਘਾਟਾ ਹੈ ਉਹਨੂੰ ਕਿਤੇ। ਜਦੋਂ ਮੈਂ ਨਹੀਂ ਹੋਵਾਂਗਾ ਅਤੇ ਕੀ ਮੇਰੇ ਤੋਂ ਬਿਨਾਂ ਉਹ ਖਤਮ ਹੋ ਜਾਵੇਗਾ? ਚੀਜ਼ਾਂ ਉਹਦੇ ਕੋਲ ਉਦੋਂ ਵੀ ਹੈ ਨੇ। ਧਰਤੀ ਦੇ ਵਿੱਚ ਅਜੇ ਵੀ ਹਜ਼ਾਰਾਂ ਲੱਖਾਂ ਸਾਲਾਂ ਦਾ ਅਨਾਜ ਪੈਦਾ ਕਰਨ ਦੀ ਸੰਭਾਵਨਾ ਹੈ, ਜੋ ਮੈਂ ਸੋਚ ਵੀ ਨਹੀਂ ਸਕਦਾ। ਉਹਨੇ ਇੰਨਾ ਕੁਝ ਪਾਇਆ ਹੋਇਆ। ਮਹਾਰਾਜ ਕਹਿੰਦੇ ਇਸ ਚੀਜ਼ ਨੂੰ ਸੋਚ ਕੇ ਚੱਲੋ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਪਹਿਲੀ ਗੱਲ ਤਾਂ ਇਹ ਹੈ, ਵਾਹਿਗੁਰੂ ਮੁੱਲ ਪਾਇਆ ਹੀ ਨਹੀਂ ਜਾ ਸਕਦਾ। ਅੱਜ ਜੋ ਕੁਝ ਚੱਲਦਾ ਪਿਆ ਹੈ ਨਾ, ਪੈਸੇ ਦਾ ਚੱਕਰ, ਪਦਾਰਥਾਂ ਦਾ ਚੱਕਰ, ਇਹ ਸਾਰਾ ਕੁਝ ਸਾਡੀ ਬਾਹਰ ਦੀ ਦੁਨੀਆ ਦੇ ਨਾਲ ਸੰਬੰਧ ਰੱਖਦਾ ਹੈ। ਬਾਹਰ ਦੀ ਦੁਨੀਆ ਦੇ ਨਾਲ ਇਹ ਸਾਡੇ ਅੰਦਰ ਦੇ ਨਾਲ ਅਤੇ ਵਾਹਿਗੁਰੂ ਵਾਲੇ ਪਾਸੇ ਨਾਲ ਕੋਈ ਸੰਬੰਧ ਨਹੀਂ ਰੱਖਦਾ। ਅਤੇ ਮਹਾਰਾਜ ਨੇ ਅਗਲੀ ਗੱਲ ਕਹੀ ਹੈ, ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਲ ਲਾਏ। ਵਿਲ ਲਾਉਣ ਦਾ ਮਤਲਬ ਪਤਾ ਕੀ ਹੁੰਦਾ? ਜਿੱਦਾਂ ਛੋਟੇ ਬੱਚੇ ਨੂੰ ਭੁੱਖ ਲੱਗੀ ਹੋਵੇ ਅਤੇ ਛੋਟਾ ਬੱਚਾ ਵੇਖੋ ਫਿਰ ਕਿੱਦਾਂ ਰੋਂਦਾ ਹੈ। ਅਜੇ ਤਾਂ ਅਸੀਂ ਚਲੋ ਵਿਲਕਦੇ ਹੀ ਨਹੀਂ ਇਸ ਚੀਜ਼ ਤੋਂ ਵੀ ਕੋਈ ਸਾਡੀ ਬਹੁਤੀ ਵੱਡੀ ਖਿੱਚ ਹੀ ਨਹੀਂ ਹੈ ਇਸ ਪਾਸੇ ਦੀ, ਸਾਨੂੰ ਪਿਆਸ ਹੀ ਨਹੀਂ ਹੈ। ਜਿਨ੍ਹਾਂ ਨੂੰ ਪਿਆਸ ਲੱਗੀ ਹੋਈ ਹੈ ਉਹ ਵੇਖੋ ਕਿੱਦਾਂ ਵਿਲਕਦੇ ਪਏ ਨੇ ਵੀ ਕੁਝ ਨਾ ਕੁਝ ਤਾਂ ਮਿਲ ਜਾਵੇ। ਮਹਾਰਾਜ ਕਹਿੰਦੇ ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ, ਕਿਸੇ ਵੀ ਤਰੀਕੇ ਦੇ ਨਾਲ, ਕਿਸੇ ਵੀ ਕੋਲੋਂ ਮੁੱਲ ਦੇ ਨਾਲ ਉਹ ਖਰੀਦਿਆ ਹੀ ਨਹੀਂ ਜਾ ਸਕਦਾ। ਜਿੱਦਾਂ ਸਾਡੀ ਕੌਮ ਦੇ ਵਿੱਚ ਬਹੁਤੇ ਇਹ ਸੋਚਦੇ ਨੇ ਵੀ ਆਪ ਅਸੀਂ ਬੈਠੇ ਹੋਈਏ ਅਮਰੀਕਾ, ਪਾਠ ਸਾਡਾ ਹੋ ਰਿਹਾ ਹੋਵੇ ਦਰਬਾਰ ਸਾਹਿਬ, ਅਤੇ ਸਾਨੂੰ ਉੱਥੇ ਹੀ ਮਨੋਰਥ ਪਹੁੰਚ ਜਾਣਾ, ਸਾਨੂੰ ਉੱਥੇ ਹੀ ਫਲ ਪਹੁੰਚ ਜਾਣਾ ਵੀ ਉੱਥੇ ਤਾਂ ਹੁਕਮਨਾਮਾ ਤੁਹਾਨੂੰ ਭੇਜਿਆ ਜਾ ਸਕਦਾ ਈਮੇਲ ਕਰਕੇ, ਅਤੇ ਉਹ ਤੁਸੀਂ ਰੋਜ਼ ਦਰਬਾਰ ਸਾਹਿਬ ਤੋਂ ਉੱਦਾਂ ਵੀ ਸੁਣਦੇ ਪਏ। ਇਹਨੂੰ ਕਿਹਾ ਜਾਂਦਾ ਮੁੱਲ ਦੇ ਨਾਲ ਭਗਤੀ ਖਰੀਦਣੀ, ਵੀ ਅਸੀਂ ਪੈਸੇ ਦੇ ਦੇਵਾਂਗੇ, ਤੁਸੀਂ ਆਪੇ ਹੀ ਸਾਰਾ ਕੁਝ ਕਰ ਲਿਓ, ਕੋਈ ਫਰਕ ਨਹੀਂ ਪੈਂਦਾ। ਪਾਠੀ ਭਾਵੇਂ ਫਾਇਦਾ ਲੈ ਜਾਵੇ ਉਹਦੇ ਵਿੱਚੋਂ ਪਾਠ ਕਰਕੇ। ਜੇ ਇਹ ਸੋਚਦਾ ਨਾ ਬੰਦਾ ਵੀ ਮੈਂ ਫਾਇਦਾ ਲੈ ਗਿਆ, ਕੋਈ ਫਾਇਦਾ ਨਹੀਂ ਲੈ ਕੇ ਗਿਆ। ਪਰ ਇਹ ਤਾਂ ਗੱਲਾਂ ਅਸੀਂ ਕਈ ਵਾਰ ਕਰ ਚੁੱਕੇ ਹਾਂ, ਇਹ ਤਾਂ ਸਾਡੀ ਸਮਝ ਦੇ ਲੈਵਲ ਦੇ ਉੱਤੇ ਆਈਆਂ ਹੋਈਆਂ ਗੱਲਾਂ ਨੇ। ਪਰ ਇਹਨੂੰ ਇੰਪਲੀਮੈਂਟ ਕੌਣ ਕਰਦਾ ਹੈ? ਸਤਿਗੁਰੂ ਕਹਿ ਰਹੇ ਨੇ ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੀ ਮਿਲੇ। ਹੁਣ ਇਹਦੇ ਤੋਂ ਅੱਗੇ ਇੱਕ ਪਾਸਾ ਚੇਂਜ ਹੋ ਗਿਆ। ਸਤਿਗੁਰੂ ਨੂੰ ਸਵਾਲ ਕੀਤਾ ਵੀ ਮਹਾਰਾਜ ਜੇ ਮੁੱਲ ਨਹੀਂ ਖਰੀਦਿਆ ਜਾ ਸਕਦਾ ਤਾਂ ਫਿਰ ਕੋਈ ਚੀਜ਼ ਤਾਂ ਹੈ ਜਿਹਦੇ ਕਰਕੇ ਉਹਨੂੰ ਪਾਇਆ ਜਾ ਸਕਦਾ ਹੋਵੇਗਾ। ਤਾਂ ਗੁਰੂ ਸਾਹਿਬ ਨੇ ਦੋ ਗੱਲਾਂ ਬੋਲੀਆਂ ਨੇ। ਕਹਿੰਦੇ ਉਹਦੇ ਵਿੱਚੋਂ ਇੱਕ ਚੀਜ਼ ਹੈ ਐਸਾ ਸਤਿਗੁਰ ਜੇ ਮਿਲੇ। ਪਹਿਲੀ ਤੇ ਗੱਲ ਹੈ ਵੀ ਸਤਿਗੁਰੂ ਹੋਣਾ ਚਾਹੀਦਾ ਹੈ। ਦੂਸਰੀ ਗੱਲ ਕੀ ਹੈ? ਵਿੱਚੋਂ ਆਪ ਜਾਏ, ਸਾਡਾ ਵਿੱਚੋਂ ਆਪਾ ਗੁਆਚਣਾ ਚਾਹੀਦਾ ਹੈ। ਵੈਸੇ ਪੰਕਤੀ ਦੇ ਅਰਥ ਇਹ ਨੇ, ਮੁੱਲ ਤੇ ਉਹਨੂੰ ਨਹੀਂ ਖਰੀਦਿਆ ਜਾ ਸਕਦਾ, ਪਰ ਜੇ ਕਿਤੇ ਇਹੋ ਜਿਹਾ ਸਤਿਗੁਰੂ ਮਿਲ ਜਾਵੇ, ਹਜ਼ੂਰ ਕਹਿੰਦੇ ਨੇ ਜਿਹਨੂੰ ਮਿਲ ਕੇ ਤੇ ਅਸੀਂ ਆਪਣਾ ਆਪਾ ਉਹਦੇ ਅੱਗੇ ਰੱਖ ਦਈਏ ਅਤੇ ਵਿੱਚੋਂ ਸਾਡਾ ਆਪਾ ਗਵਾਚ ਜਾਵੇ। ਇਹ ਆਪਾ ਕੀ ਹੈ? ਸਾਡਾ ਅਹੰ, ਜੋ ਮੈਂ ਮੰਨਦਾ ਹਾਂ। ਮੈਂ ਸਾਰੀਆਂ ਚੀਜ਼ਾਂ ਉਹਦੇ ਅੱਗੇ ਅਰਪਣ ਕਰ ਦੇਣਾ ਹਾਂ, ਆਪਣੇ ਆਪੇ ਨੂੰ ਚੁੱਕ ਲੈਣਾ। ਮੈਂ ਬੜਾ ਕੁਝ ਉਹਦੇ ਅੱਗੇ ਰੱਖਦਾ ਹਾਂ, ਉਹ ਇੱਥੇ ਹੀ ਪਿਆ ਰਹਿ ਜਾਂਦਾ, ਮਨ ਵਾਪਸ ਨਾਲ ਚਲਾ ਜਾਂਦਾ ਹੈ। ਮਨ ਨਹੀਂ ਇੱਥੇ ਰੱਖਿਆ ਜਾਂਦਾ। ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਵੇਲੇ ਦੀ ਗੱਲ ਹੈ। ਉਹਦੇ ਵਿੱਚ ਸਤਿਗੁਰੂ ਨੂੰ ਇੱਕ ਸਿੱਖ ਨੇ ਸਵਾਲ ਕੀਤਾ ਸੀ ਵੀ ਮਹਾਰਾਜ ਜੀ ਮਨ ਨਹੀਂ ਟਿਕਦਾ। ਅਤੇ ਮਹਾਰਾਜ ਕਹਿੰਦੇ ਵੀ ਇੰਝ ਕਰੋ ਵੀ ਮਨ ਸਾਡੇ ਹਵਾਲੇ ਕਰੋ 5 ਮਿੰਟ ਦੇ ਲਈ। ਵੀ ਚਲੋ ਠੀਕ ਹੈ, ਵੀ ਤੁਹਾਡੇ ਹਵਾਲੇ ਕਰ ਦਿੱਤਾ। ਅਤੇ 5 ਮਿੰਟ ਬਾਅਦ ਜਿੰਨਾ ਵੀ ਸਮਾਂ ਸੀ, ਸਤਿਗੁਰੂ ਨੇ ਪੁੱਛਿਆ ਵੀ ਹੁਣ ਦੱਸੋ ਵੀ ਮਨ ਡੋਲਿਆ? ਕਹਿੰਦਾ ਮਹਾਰਾਜ ਟਿਕਿਆ ਹੀ ਨਹੀਂ। ਅਤੇ ਸਤਿਗੁਰੂ ਕਹਿੰਦੇ ਫਿਰ ਸਾਡੇ ਅੱਗੇ ਕੀ ਰੱਖਿਆ ਸੀ? ਮਨ ਤੂੰ ਸਾਨੂੰ ਦੇ ਦਿੱਤਾ ਸੀ ਅਤੇ ਫਿਰ ਵੀ ਡੋਲਦਾ ਫਿਰਦਾ ਸੀ, ਅਤੇ ਫਿਰ ਮਨ ਦਿੱਤਾ ਹੀ ਕਾਹਦਾ ਹੋਇਆ? ਤੂੰ ਮਨ ਤਾਂ ਰੱਖਿਆ ਹੀ ਨਹੀਂ ਗਿਆ ਤੇਰਾ, ਉਹ ਤੂੰ ਰੱਖ ਕੇ ਵੀ ਵਾਪਸ ਲੈ ਗਿਆ ਹੈ। ਇਹ ਸਾਡੇ ਨਾਲ ਹੁੰਦਾ, ਅਸੀਂ ਮਨ ਰੱਖ ਕੇ ਵੀ ਵਾਪਸ ਲੈ ਜਾਂਦੇ ਹਾਂ, ਚੀਜ਼ਾਂ ਸਾਡੀਆਂ ਇੱਥੇ ਪਈਆਂ ਰਹਿੰਦੀਆਂ। ਔਰ ਇਸ ਕਰਕੇ ਬਹੁਤੀ ਵਾਰ ਅਸੀਂ ਆਪਣੇ ਆਪ ਨੂੰ ਜਸਟੀਫਾਈ ਕਰ ਲੈਂਦੇ ਹਾਂ ਧਾਰਮਿਕ ਦੁਨੀਆ ਦੇ ਵਿੱਚ। ਬੜਾ ਸੌਖਾ ਹੈ ਸਾਡੇ ਲਈ, ਚੀਜ਼ਾਂ ਰੱਖ ਦਿਓ ਅਤੇ ਧਾਰਮਿਕ ਹੋ ਗਏ।
ਨਾਲੇ 4 ਦਿਨ ਪਿਕਨਿਕ ਮਨਾਓ, ਨਾਲੇ 4 ਦਿਨ ਬੱਚਿਆਂ ਨੂੰ ਘੁਮਾ ਫਿਰਾ ਲਿਆਓ, ਅਤੇ ਅਸੀਂ ਸੋਚਿਆ ਜੀ ਅਸੀਂ ਤੀਰਥ ਅਸਥਾਨ ਦੇ ਉੱਤੇ ਹੋਏ ਹਾਂ। ਉਹ ਪਿਕਨਿਕ ਦੇ ਵਿੱਚ ਹੀ ਆਉਣਾ, ਉਹ ਤੀਰਥ ਇਸ਼ਨਾਨ ਦੇ ਵਿੱਚ ਕਦੀ ਨਹੀਂ ਆ ਸਕਦਾ। ਇਹਨੂੰ ਸੋਚਣ ਦੀ ਲੋੜ ਹੈ। ਹਜ਼ੂਰ ਕਹਿੰਦੇ ਐਸਾ ਸਤਿਗੁਰ ਜੇ ਮਿਲਿਆ, ਜੇ ਕਿਤੇ ਇਹੋ ਜਿਹਾ ਗੁਰੂ ਮਿਲ ਪਵੇ, ਕਿਹੜਾ ਤਿਸ ਨੂੰ ਸਿਰ ਸੌਂਪੀਐ। ਪਹਿਲੀ ਤਾਂ ਗੱਲ ਹੈ ਉਹਨੂੰ ਸਿਰ ਸੌਂਪਣਾ ਪਵੇਗਾ। ਸਿਰ ਦਾ ਮਤਲਬ ਕੀ ਹੁੰਦਾ? ਸਾਡਾ ਦਿਮਾਗ ਕਿੱਥੇ ਹੈ? ਸਾਡਾ ਇੱਥੇ ਦਿਮਾਗ ਹੈ ਨਾ, ਅਤੇ ਉਸ ਦਿਮਾਗ ਨੂੰ ਗੁਰੂ ਦੇ ਅੱਗੇ ਅਰਪਣ ਕਰ ਦੇਣਾ। ਜਦੋਂ ਸਿਰ ਹੀ ਅਰਪਣ ਕਰ ਦਿੱਤਾ, ਬਾਕੀ ਬਾਡੀ ਆਪਣੇ ਆਪ ਹੀ ਚੱਲੇਗੀ ਉੱਧਰ ਨੂੰ। ਅਸੀਂ ਮੱਥਾ ਇਸ ਕਰਕੇ ਟੇਕਦੇ ਸੀ ਵੀ ਮਹਾਰਾਜ ਮੈਂ ਆਪਣਾ ਆਪਾ ਤੇਰੇ ਅੱਗੇ ਅਰਪਣ ਕਰ ਦਿੱਤਾ ਹੈ। ਬੁਰਾ ਨਾ ਮਨਾਇਓ, ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਦੀ ਸਮਝ ਨਹੀਂ ਹੈ, ਉਹ ਵੇਖ ਕੇ ਮੱਥਾ ਟੇਕ ਸਕਦਾ ਹੈ, ਪਰ ਉਹਨੂੰ ਮੱਥਾ ਟੇਕਣ ਦੀ ਅਸਲੀਅਤ ਨਹੀਂ ਜੇ ਪਤਾ, ਭਾਵੇਂ ਕਿੱਦਾਂ ਵੀ ਲੰਮੇ ਪੈ ਕੇ ਮੱਥਾ ਟੇਕਦਾ ਪਿਆ। ਕਿਉਂਕਿ ਭਾਈ ਰਣਧੀਰ ਸਿੰਘ ਨੂੰ ਸਵਾਲ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਪੂਜਾ ਹੈ, ਉਹ ਤੁਹਾਨੂੰ ਨਹੀਂ ਲੱਗਦਾ ਵੀ ਜਿੱਦਾਂ ਬਾਕੀ ਲੋਕ ਮੂਰਤੀਆਂ ਨੂੰ ਮੱਥਾ ਟੇਕਦੇ ਨੇ, ਇੱਥੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੀ ਜਾਂਦੇ ਨੇ, ਅਤੇ ਤੁਹਾਨੂੰ ਕੋਈ ਫਰਕ ਲੱਗਦਾ? ਭਾਈ ਰਣਧੀਰ ਸਿੰਘ ਨੇ ਜਵਾਬ ਦਿੱਤਾ ਸੀ ਵੀ ਅਸੀਂ ਜਿਹੜਾ ਮੱਥਾ ਟੇਕਦੇ ਹਾਂ ਨਾ, ਜਦੋਂ ਸ਼ਬਦ ਪੜ੍ਹਦੇ ਹਾਂ, ਜਿਹੜਾ ਸ਼ਬਦ ਦੇ ਵਿੱਚੋਂ ਗਿਆਨ ਪੈਦਾ ਹੁੰਦਾ ਹੈ, ਸਮਝ ਪੈਦਾ ਹੁੰਦੀ ਹੈ, ਅਸੀਂ ਉਹਦੇ ਤੋਂ ਬਲਿਹਾਰੇ ਜਾਂਦੇ ਹਾਂ ਅਤੇ ਤਾਂ ਮੱਥਾ ਟੇਕਦੇ ਹਾਂ। ਮੱਥਾ ਤਾਂ ਆਪਣੇ ਆਪ ਹੀ ਟੇਕਿਆ ਜਾਂਦਾ ਉਹਨੂੰ ਜਾ ਕੇ, ਅਤੇ ਕਹਿੰਦੇ ਸਾਰੇ ਸਿੱਖ ਇੱਦਾਂ ਕਰਦੇ ਨੇ। ਅਤੇ ਅੱਗੋਂ ਉਹਨਾਂ ਨੇ ਜਵਾਬ ਦਿੱਤਾ ਸੀ ਵੀ ਤੁਹਾਨੂੰ ਲੱਗਦਾ ਵੀ ਉਹ ਬੰਦਾ ਸਿੱਖ ਹੋਵੇਗਾ ਜਿਹੜਾ ਮੱਥਾ ਵੀ ਟੇਕੀ ਜਾ ਰਿਹਾ ਅਤੇ ਉਹਨੂੰ ਪਤਾ ਨਹੀਂ ਵੀ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ? ਤੁਹਾਨੂੰ ਵਾਕਿਆ ਉਹ ਸਿੱਖ ਲੱਗਦਾ? ਉਹ ਕੈਟਾਗਰੀ 'ਚ ਹੀ ਨਹੀਂ ਆਉਂਦਾ। ਇਹ ਹੁਣ ਇੱਕ ਲੈਵਲ ਦੀ ਗੱਲ ਹੈ। ਤੁਹਾਡਾ ਮੱਥਾ ਆਪਣੇ ਆਪ ਹੀ ਟੇਕਿਆ ਜਾਵੇਗਾ। ਐਵੇਂ ਨਹੀਂ ਕਿ ਮੈਂ ਕਹਾਂ ਜੀ ਜਿੰਨੀ ਵਾਰ ਗੁਰਦੁਆਰੇ ਆਓ ਅਤੇ ਓਨੀ ਵਾਰ ਹੀ ਮੱਥਾ ਟੇਕੋ। ਇਹ ਹੁੰਦਾ ਹੈ ਕਹਿਣ ਦੇ ਉੱਤੇ। ਇੱਕ ਹੁੰਦਾ ਹੈ ਜਿੰਨੀ ਵਾਰ ਵੇਖਿਆ ਬੰਦੇ ਨੇ ਓਨੀ ਵਾਰ ਹੀ ਮੱਥਾ ਟੇਕ ਦਿੱਤਾ। ਜਿੰਨੀ ਵਾਰ ਵੇਖਿਆ ਓਨੀ ਵਾਰ ਹੀ ਆਪਾਂ ਕੁਰਬਾਨ ਹੋ ਗਿਆ। ਜਿੰਨੀ ਵਾਰ ਵੇਖਿਆ ਓਨੀ ਵਾਰ ਹੀ ਵਾਹਿਗੁਰੂ ਮੂੰਹ ਦੇ ਵਿੱਚੋਂ ਨਿਕਲ ਗਿਆ। ਇਹ ਕੋਈ ਸਿਖਾਵੇਗਾ ਤੇ ਨਹੀਂ ਆਵੇਗਾ, ਆਪ ਹੀ ਸਿੱਖਾਂਗੇ ਤੇ ਆਵੇਗਾ ਜ਼ਿੰਦਗੀ ਦੇ ਵਿੱਚ। ਮਹਾਰਾਜ ਕਹਿੰਦੇ ਨੇ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹਿ ਹਰ ਵਸੈ ਮਨ ਆਏ। ਜਿਸ ਦਾ ਜੀਓ ਤੁਹਾਡੇ ਸਰੀਰ ਦੇ ਅੰਦਰ, ਮੇਰੇ ਸਰੀਰ ਦੇ ਅੰਦਰ ਇੱਕ ਹੋਰ ਚੀਜ਼ ਵੀ ਹੈ ਜਿਹਨੂੰ ਜੀਓ ਕਿਹਾ ਗਿਆ ਹੈ, ਜਿਹਨੂੰ ਆਤਮਾ ਕਿਹਾ ਗਿਆ ਹੈ। ਮੈਂ ਆਰੰਭਤਾ ਦੇ ਵਿੱਚ ਗੱਲ ਬੋਲੀ ਹੈ, ਤੁਹਾਡੇ ਸਰੀਰ ਦਾ ਮੁੱਲ ਹੈ, ਮੇਰੇ ਸਰੀਰ ਦਾ ਮੁੱਲ ਹੈ, ਸਾਡੇ ਜੀਓ ਦਾ ਕੋਈ ਮੁੱਲ ਨਹੀਂ ਹੈ, ਜਿਹਦੇ ਕਰਕੇ ਸਾਡੀ ਸਾਰੀ ਖੇਡ ਤੁਰੀ ਫਿਰਦੀ ਹੈ। ਜਿਸ ਦਾ ਜੀਓ ਤਿਸ ਮਿਲ ਰਿਹਾ। ਜੇ ਗੁਰੂ ਦੇ ਅੱਗੇ ਸਿਰ ਦੇਵਾਂਗੇ ਨਾ, ਸਿਰ ਸੌਂਪ ਦੇਵਾਂਗੇ, ਤੇ ਗੁਰੂ ਕੀ ਕਰਦਾ ਹੈ? ਜਿਸ ਰੱਬ ਦਾ ਦਿੱਤਾ ਹੋਇਆ ਆਤਮਾ ਮਿਲ ਜਾਂਦਾ ਹੈ। ਇਹ ਆਤਮਾ ਪਰਮਾਤਮਾ ਦੇ ਨਾਲ ਇੱਕ ਹੋ ਜਾਂਦਾ ਹੈ। ਹਰ ਵਸੈ ਮਨ ਆਏ, ਹਰੀ ਮਨ ਦੇ ਵਿੱਚ ਆ ਕੇ ਵਸ ਜਾਂਦਾ ਹੈ। ਇਹਨੂੰ ਤੁਸੀਂ ਅਕਸਰ ਪੜ੍ਹਦੇ ਹੋਵੋਗੇ ਜਦੋਂ ਅਸੀਂ ਅਨੰਦਪੁਰ ਸਾਹਿਬ ਦੀ ਗੱਲ ਕਰਦੇ ਹਾਂ, ਅੰਮ੍ਰਿਤ ਛਕਣ ਦੀ ਗੱਲ ਕਰਦੇ ਹਾਂ। ਉਹਦਾ ਭਾਵ ਵੀ ਇਹੋ ਹੀ ਆ ਵੀ ਆਪਣਾ ਆਪਾ ਸਤਿਗੁਰੂ ਦੇ ਅੱਗੇ ਰੱਖਣਾ। ਜਦੋਂ ਤੱਕ ਮੈਂ ਅੰਮ੍ਰਿਤ ਨਹੀਂ ਛਕਿਆ ਹੁੰਦਾ, ਮੈਂ ਨਿਕਲ ਸਕਦਾ ਹਾਂ ਉਸ ਦੌੜ ਦੇ ਵਿੱਚੋਂ, ਮੇਰੀ ਮਜਬੂਰੀ ਨਹੀਂ ਹੈ ਕੋਈ। ਪਰ ਜਿੱਦਣ ਮੈਂ ਅੰਮ੍ਰਿਤ ਛਕ ਲੈਂਦਾ ਹਾਂ, ਫਿਰ ਮੈਂ ਇਸ ਗੱਲ ਦੀ ਜ਼ਿੰਮੇਵਾਰੀ ਦੇ ਵਿੱਚ ਆ ਜਾਣਾ ਵੀ ਮਹਾਰਾਜ ਮੈਂ ਇਹਨੂੰ ਨਿਭਾਵਾਂਗਾ, ਮੈਂ ਨਿਭਾਉਣ ਦੀ ਕੋਸ਼ਿਸ਼ ਕਰਾਂਗਾ। ਫਿਰ ਇੱਕ ਫਰਜ਼ ਬਣ ਜਾਂਦਾ ਹੈ। ਜਿਨ੍ਹਾਂ ਨੇ ਸਿਰ ਦਿੱਤਾ ਹੈ ਉਸ ਥਾਂ ਦੇ ਉੱਤੇ, ਕੇਸਗੜ੍ਹ ਸਾਹਿਬ ਦੇ ਅਸਥਾਨ ਦੇ ਉੱਤੇ ਸਿਰ ਦੇਣ ਦਾ ਮਤਲਬ ਹੀ ਇਹ ਸੀ ਵੀ ਸੱਚੇ ਪਾਤਸ਼ਾਹ ਹੁਣ ਅਸੀਂ ਆਪਣੀ ਮੱਤ ਨਹੀਂ ਵਰਤਦੇ, ਹੁਣ ਅਸੀਂ ਤੇਰੇ ਹਿਸਾਬ ਦੇ ਨਾਲ ਚੱਲਣਾ ਚਾਹੁੰਦੇ ਹਾਂ। ਮੈਂ ਆਪਣੀ ਮੱਤ ਵਰਤਦਾ ਹਾਂ ਅਤੇ ਮੈਂ ਆਪਣੀ ਮੱਤ ਦੇ ਨਾਲ ਧਰਮ ਜੀਣਾ ਚਾਹੁੰਦਾ ਹਾਂ। ਆਪਣੀ ਮੱਤ ਦੇ ਨਾਲ ਧਰਮ ਨਹੀਂ ਜੀਵਿਆ ਜਾਂਦਾ ਹੁੰਦਾ। ਧਰਮ ਜਿਹੜਾ ਹੈ ਉਹ ਗੁਰੂ ਦੀ ਮੱਤ ਦੇ ਨਾਲ ਜੀਵਿਆ ਜਾਂਦਾ ਹੈ। ਇਹੀ ਤਾਂ ਫਰਕ ਹੈ ਮਨਮੱਤ ਅਤੇ ਗੁਰਮੱਤ ਦੇ ਵਿੱਚ। ਹੋਰ ਮਨਮੱਤ ਕੀ ਹੈ? ਮਨਮੱਤ ਇਕੱਲੀ ਇਹ ਥੋੜ੍ਹਾ ਹੁੰਦੀ ਹੈ ਵੀ ਆਹ ਚੀਜ਼ ਨਹੀਂ ਸੀ ਕਰਨੀ ਅਤੇ ਬੰਦੇ ਨੇ ਕਰ ਦਿੱਤੀ। ਮਨਮੱਤ ਦਾ ਮਤਲਬ ਇਹ ਵੀ ਹੈ ਵੀ ਆਪਣੀ ਅਕਲ ਵੀ ਵਰਤੀ ਜਾਣੀ ਅਤੇ ਕਹੀ ਵੀ ਜਾਣਾ ਮੈਂ ਗੁਰਮੱਤ ਚਲਾ ਰਿਹਾ ਹਾਂ। ਇਹ ਮਨਮੱਤ ਹੁੰਦੀ ਹੈ ਸਭ ਤੋਂ ਵੱਡੀ। ਜਿੱਦਾਂ ਸਤਿਗੁਰੂ ਕਿਸੇ ਗੱਲ ਨੂੰ ਕਹਿਣ ਅਤੇ ਮੈਂ ਕਹਾਂ ਜੀ ਇਹ ਕਿੱਦਾਂ ਹੋ ਸਕਦਾ, ਪਹਿਲਾਂ ਇਹਨੂੰ ਮੇਰੇ ਸਾਹਮਣੇ ਤੁਸੀਂ ਸਿੱਧ ਕਰਕੇ ਵਿਖਾਓ। ਅਤੇ ਮਹਾਰਾਜ ਕਹਿੰਦੇ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਸਤਿਗੁਰੂ ਕਹਿੰਦੇ ਪਹਿਲਾਂ ਵਿਸ਼ਵਾਸ ਕਰੋ, ਮੈਂ ਕਹਿੰਦਾ ਹਾਂ ਮੈਨੂੰ ਦਿਖਾਓ ਕੋਈ ਚੀਜ਼ ਅਤੇ ਫਿਰ ਮੈਂ ਵਿਸ਼ਵਾਸ ਕਰਾਂਗਾ। ਇਹ ਕੀ ਹੈ? ਇਹ ਮਨਮੱਤ ਹੈ। ਗੁਰੂ ਦੀ ਗੱਲ ਨੂੰ ਸੁਣੀ ਵੀ ਜਾਣਾ ਹੈ, ਮੈਂ ਕਹਿੰਦਾ ਵੀ ਹਾਂ ਮੈਂ ਮੰਨਦਾ, ਪਰ ਫਿਰ ਮੈਂ ਕਹਿੰਦਾ ਇੱਦਾਂ ਥੋੜ੍ਹਾ, ਮੈਂ ਕਿਤੇ ਅੰਨਾ ਹਾਂ, ਮੈਨੂੰ ਪ੍ਰਤੱਖ ਕਰਕੇ ਦੱਸੋ। ਮੈਂ ਕਿਤੇ ਪਾਗਲ ਹਾਂ, ਮੈਂ ਤੁਹਾਡੀ ਗੱਲ 'ਤੇ ਅੱਖਾਂ ਮੀਟ ਕੇ ਯਕੀਨ ਕਰ ਲਵਾਂ। ਸਤਿਗੁਰੂ ਕਹਿੰਦੇ ਨਾਲੇ ਮਨਮੱਤ ਵੀ ਕਰੀ ਜਾਣੀ, ਨਾਲੇ ਗੁਰਮੱਤ ਵੀ ਕਰੀ ਜਾਂਦੇ। ਜੇ ਦੋ ਰਸਤਿਆਂ 'ਤੇ ਕਿੱਦਾਂ ਚੱਲ ਲਵੋਗੇ? ਜਾਂ ਤਾਂ ਫਿਰ ਉਹਦੀ ਮੰਨੋ, ਅਤੇ ਜੇ ਉਹਦੀ ਮੰਨਣੀ ਨਹੀਂ ਹੈ ਤਾਂ ਉਹਦੇ ਰਸਤੇ ਦੇ ਉੱਤੇ ਤੁਰਨਾ ਬੇਕਾਰ ਹੈ। ਉਹ ਸਮਾਂ ਬਰਬਾਦ ਕਰਨ ਵਾਲੀ ਗੱਲ ਹੈ। ਮਾਲਕ ਕਿਰਪਾ ਕਰੇ, ਇਹ ਸੁਣਨ ਦੇ ਵਿੱਚ ਔਖਾ ਲੱਗ ਸਕਦਾ। ਹਜ਼ੂਰ ਕਹਿੰਦੇ
ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹਿ ਹਰ ਵਸੈ ਮਨ ਆਏ। ਤੇ ਕੇਸਗੜ੍ਹ ਸਾਹਿਬ ਦੇ ਵਿੱਚ ਜਿਨ੍ਹਾਂ ਨੇ ਆਪਣਾ ਆਪਾ ਗੁਰੂ ਦੇ ਅੱਗੇ ਅਰਪਣ ਕੀਤਾ ਉਹ ਕਹਿੰਦੇ ਮਹਾਰਾਜ ਅੱਜ ਤੋਂ ਤੇਰੇ ਹਿਸਾਬ ਦੇ ਨਾਲ ਅਸੀਂ ਚੱਲਦੇ ਹਾਂ। ਅੰਮ੍ਰਿਤ ਛਕਣ ਦਾ ਮਤਲਬ ਹੀ ਇਹ ਹੈ। ਖਾਲਸੇ ਹੋਣ ਦਾ ਮਤਲਬ ਹੀ ਹੈ ਵੀ ਜਿਹੜਾ ਅਕਾਲ ਪੁਰਖ ਦੇ ਅਧੀਨ ਹੋ ਕੇ ਚੱਲਦਾ ਪਿਆ। ਤੁਸੀਂ ਪੜ੍ਹਿਆ ਨਾ ਖਾਲਸਾ ਅਕਾਲ ਪੁਰਖ ਕੀ ਫੌਜ, ਅਤੇ ਜਿਹੜਾ ਹੈ ਹੀ ਫੌਜ ਹੈ ਫਿਰ ਉਹਦਾ ਕੰਮ ਹੁੰਦਾ ਵੀ ਰੂਲ ਦੇ ਵਿੱਚ ਚੱਲਣਾ, ਔਰ ਉਹ ਮਾਲਕ ਦੇ ਰੂਲ ਦੇ ਵਿੱਚ ਚੱਲਦਾ, ਕਿਸੇ ਬੰਦੇ ਦੀ ਅਧੀਨਗੀ ਦੇ ਵਿੱਚ ਨਹੀਂ। ਤਾਂ ਇੱਕ ਸ਼ਬਦ ਅਸੀਂ ਪੜ੍ਹ ਲਈਏ ਵਿਸਾਖੀ ਦੇ ਵੇਲੇ 'ਤੇ ਖਾਸ ਕਰਕੇ ਪੜ੍ਹਿਆ ਜਾਂਦਾ ਹੁੰਦਾ, ਉਹ ਇਸ ਸ਼ਬਦ ਦੇ ਨਾਲ ਸਾਡਾ ਸੰਬੰਧ ਰੱਖਦਾ ਹੈ। ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਅਤੇ ਗੁਰੂ ਸਮਝ ਲਓ ਪਾਰਸ ਦੇ ਵਰਗਾ ਹੈ। ਪਾਰਸ ਉਹ ਚੀਜ਼ ਹੁੰਦੀ ਹੈ ਜਿਹਦੇ ਨਾਲ 8 ਤਰੀਕੇ ਦੀਆਂ ਧਾਤਾਂ ਟੱਚ ਕਰੀਏ ਅਤੇ ਉਹਨਾਂ ਤੋਂ ਉਹ ਜਿਹੜਾ ਹੈ ਉਹ ਸੋਨਾ ਬਣ ਜਾਂਦਾ ਹੈ। ਅਤੇ ਗੁਰੂ ਪਾਰਸ ਵਰਗਾ ਹੈ ਅਤੇ ਅਸੀਂ ਲੋਹੇ ਵਰਗੇ। ਜਦੋਂ ਗੁਰੂ ਦਾ ਮਿਲਾਪ, ਸਾਡਾ ਮਿਲਾਪ ਗੁਰੂ ਦੇ ਨਾਲ ਹੋਵੇਗਾ ਨਾ, ਅਤੇ ਸਤਿਗੁਰੂ ਕਹਿੰਦੇ ਕੀ ਆਵੇਗਾ ਜ਼ਿੰਦਗੀ ਦੇ ਵਿੱਚ, ਸਾਡਾ ਸਰੀਰ ਹੀ ਸੋਨੇ ਵਰਗਾ ਹੋ ਜਾਵੇਗਾ। ਫਿਰ ਸੋਨਾ ਦੇਣ ਦੀ ਲੋੜ ਨਹੀਂ ਪਵੇਗੀ ਉਹਨੂੰ। ਆਪਣੀ ਮੌਜ ਹੈ, ਮੈਂ ਫਿਰ ਦੁਹਰਾ ਦੇਵਾਂ ਵੀ ਤੁਹਾਡੇ ਕੋਲ ਹੈਸੀਅਤ ਹੈ, ਤੁਸੀਂ ਕੀ ਰੱਖਦੇ ਉਹਦੇ ਅੱਗੇ, ਪਰ ਇਹ ਨਾ ਸੋਚੋ ਵੀ ਉਹਦੇ ਬਦਲੇ ਦੇ ਵਿੱਚ ਤੁਹਾਨੂੰ ਰੱਬ ਮਿਲ ਜਾਵੇਗਾ। ਚੀਜ਼ਾਂ ਦੇ ਬਦਲੇ ਦੇ ਵਿੱਚ ਤਾਂ ਚੀਜ਼ਾਂ ਹੀ ਮਿਲਦੀਆਂ ਹੁੰਦੀਆਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਦੀ ਗੱਲ ਹੈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਭਾਈ ਡੱਲਾ ਬੈਠਾ ਅਤੇ ਸਤਿਗੁਰੂ ਨੂੰ, ਕਿਉਂਕਿ ਸਤਿਗੁਰੂ ਜੀ ਉਸ ਵੇਲੇ ਮੁਕਤਸਰ ਦੀ ਜੰਗ ਕਰਕੇ ਅਜੇ ਆਏ ਸੀ ਇੱਧਰ, ਅਤੇ ਬਹੁਤ ਸੇਵਾ ਕੀਤੀ ਹੈ ਇਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਵੀ ਭਾਈ ਜੀ ਤੁਸੀਂ ਬੜੀ ਸਾਡੀ ਮਦਦ ਕੀਤੀ ਹੈ, ਤੁਸੀਂ ਸੰਗਤ ਦਾ ਸਾਥ ਦਿੱਤਾ ਅਤੇ ਤੁਸੀਂ ਮੰਗੋ ਅਤੇ ਕੀ ਮੰਗਣਾ ਚਾਹੁੰਦੇ ਜੇ। ਉਹ ਕਹਿੰਦਾ ਮਹਾਰਾਜ ਜੀ ਤੁਹਾਡੇ ਚਰਨਾਂ ਦੇ ਵਿੱਚ ਨਾ ਪੀੜੀ ਜਿੰਨੀ ਥਾਂ ਚਾਹੀਦੀ ਹੈ ਵੀ ਘੱਟੋ ਘੱਟ ਤੁਹਾਡੀ ਨੇੜਤਾ ਹਾਸਿਲ ਹੋ ਜਾਵੇ। ਮਹਾਰਾਜ ਕਹਿੰਦੇ ਇੱਦਾਂ ਨਹੀਂ, ਇਹ ਸੋਚਣ ਦੀ ਲੋੜ ਹੈ ਸਾਨੂੰ। ਮਹਾਰਾਜ ਕਹਿੰਦੇ ਇੱਦਾਂ ਨਹੀਂ, ਤੂੰ ਸਾਡੇ ਲਈ ਚੀਜ਼ਾਂ ਖਤਰੇ ਦੇ ਵਿੱਚ ਪਾਈਆਂ ਨੇ। ਤੇਰੇ ਕੋਲ ਫੌਜ ਸੀ, ਤੇਰੀ ਫੌਜ ਮਾਰੀ ਜਾ ਸਕਦੀ ਸੀ। ਤੇਰੇ ਕੋਲ ਇਲਾਕਾ ਸੀ, ਤੇਰਾ ਇਲਾਕਾ ਖੋਇਆ ਜਾ ਸਕਦਾ ਸੀ। ਤੂੰ ਸਾਡੇ ਬਦਲੇ ਦੇ ਵਿੱਚ ਆਪਣਾ ਪਰਿਵਾਰ ਜਿਹੜਾ ਹੈ ਉਹਦੇ ਉੱਤੇ ਖਤਰਾ ਉਸੇੜਿਆ ਹੈ ਵੀ ਤੇਰੇ ਪਰਿਵਾਰ ਨੂੰ ਖਤਰਾ ਹੋ ਸਕਦਾ ਸੀ, ਜਾਇਦਾਦ ਨੂੰ ਖਤਰਾ ਹੋ ਸਕਦਾ ਸੀ। ਭਾਈ ਚੀਜ਼ਾਂ ਦੇ ਬਦਲੇ 'ਤੇ ਚੀਜ਼ਾਂ ਹੀ ਮਿਲਦੀਆਂ ਨੇ। ਜੇ ਤੂੰ ਸਾਡੇ ਲਈ ਚੀਜ਼ਾਂ ਖਤਰੇ 'ਚ ਪਾਈਆਂ ਨੇ ਤੇਰੇ ਬਦਲੇ ਦੇ ਵਿੱਚ ਚੀਜ਼ਾਂ ਮਿਲ ਸਕਦੀਆਂ ਨੇ। ਜੇ ਤੂੰ ਕਹਿੰਦਾ ਵੀ ਤੈਨੂੰ ਪੀੜ੍ਹੀ ਜੋਗੀ ਜਗ੍ਹਾ ਚਾਹੀਦੀ ਹੈ ਅਤੇ ਫਿਰ ਜਿੱਦਾਂ ਬਾਕੀਆਂ ਨੇ ਅੰਮ੍ਰਿਤ ਛਕਿਆ ਹੈ ਤੈਨੂੰ ਵੀ ਅੰਮ੍ਰਿਤ ਛਕਣਾ ਪੈਣਾ। ਫਿਰ ਜਿਹੜਾ ਬਾਕੀਆਂ ਲਈ ਵਿਧਾਨ ਹੈ ਉਹ ਤੇਰੇ ਲਈ ਵੀ ਉਹੀ ਵਿਧਾਨ ਹੈ। ਤੇਰੇ ਲਈ ਕੋਈ ਵੱਖਰਾ ਵਿਧਾਨ ਨਹੀਂ ਹੈ ਵੀ ਤੂੰ ਸੇਵਾ ਕੀਤੀ ਹੈ ਅਤੇ ਇਹਦੇ ਬਦਲੇ ਦੇ ਵਿੱਚ ਮੈਂ ਕਹਾਂ ਵੀ ਤੈਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ। ਮਹਾਰਾਜ ਕਹਿੰਦੇ ਉੱਥੇ ਉਹੀ ਵਿਧਾਨ ਹੈ। ਤੁਸੀਂ ਚੀਜ਼ਾਂ ਰੱਖੋਗੇ, ਚੀਜ਼ਾਂ ਬਦਲੇ ਚੀਜ਼ਾਂ ਲਈ ਜਾਓ, ਇਹ ਤਾਂ ਬਾਹਰ ਦਾ ਚੱਲਦਾ ਹੀ ਰਹਿੰਦਾ। ਤੁਸੀਂ ਆਪਣਾ ਆਪਾ ਰੱਖੋਗੇ ਅਤੇ ਉਹਦੇ ਬਦਲੇ ਦੇ ਵਿੱਚ ਉਹਨੂੰ ਲੈ ਜਾਵੋਗੇ। ਹਜ਼ੂਰ ਕਹਿੰਦੇ ਨੇ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ, ਜੋਤੀ ਜੋਤ ਮਿਲਾਏ ਕਾਇਆ ਗੜ ਸੁਹਿਆ ਰਾਮ। ਮੇਰੀ ਜੋਤ ਜਿਉਂਦੇ ਜੀ ਮਾਲਕ ਦੀ ਜੋਤ ਦੇ ਨਾਲ ਇੱਕਮਿਕ ਹੋ ਜਾਵੇ। ਇਹ ਪੈਸਿਆਂ ਦੇ ਬਦਲੇ ਨਹੀਂ ਹੋਵੇਗੀ, ਇਹ ਤੁਹਾਨੂੰ ਵੀ ਪਤਾ ਹੈ। ਬਹੁਤੇ ਲੋਕ ਕਰਮ ਕਾਂਡ ਕਰੀ ਜਾਂਦੇ ਨੇ ਪਰ ਆਪਣਾ ਆਪਾ ਉਹਨਾਂ ਦਾ ਉੱਥੇ ਹੀ ਹੈ। ਕਾਇਆ ਗੜ ਸੋਹਿਆ ਰਾਮ, ਭਾਵ ਕਿ ਆਹ ਸਰੀਰ ਹੀ ਸੋਹਣਾ ਕਿਲ੍ਹਾ ਬਣ ਗਿਆ ਹੈ। ਅਤੇ ਜਿਹੜਾ ਸਰੀਰ ਹੀ ਸੋਹਣਾ ਬਣ ਗਿਆ ਉਹ ਸਰੀਰ ਉਹਦੇ ਅੱਗੇ ਰੱਖਣ ਦੀ ਕੋਸ਼ਿਸ਼ ਕਰੀਏ ਨਾ। ਸਰੀਰ ਦਾ ਮਤਲਬ ਆਪਣਾ ਆਪਾ, ਜੋ ਮੈਂ ਹਾਂ ਮੈਂ ਆਪਣੇ ਆਪੇ ਨੂੰ ਉਹਦੇ ਅੱਗੇ ਰੱਖਾਂਗਾ, ਮੈਂ ਚੀਜ਼ਾਂ ਨਹੀਂ ਉਹਦੇ ਅੱਗੇ ਰੱਖਦਾ। ਜਿੰਨਾ ਜਿੰਨਾ ਤੁਸੀਂ ਆਪਣਾ ਆਪਾ ਉਹਦੇ ਅੱਗੇ ਰੱਖੀ ਜਾਓਗੇ ਤੁਸੀਂ ਓਨਾ ਹੀ ਉਹਦੇ ਨੇੜੇ ਹੋਈ ਜਾਓਗੇ। ਇਸ ਨੂੰ ਕਿਸੇ ਦੇ ਕੋਲ ਕਹਿਣ ਸੁਣਨ ਦੀ ਲੋੜ ਹੀ ਨਹੀਂ ਪਵੇਗੀ, ਤੁਹਾਨੂੰ ਆਪਣੇ ਆਪ ਹੀ ਮਹਿਸੂਸ ਹੋ ਜਾਵੇਗਾ। ਦੁਨੀਆ ਚੀਜ਼ਾਂ ਰੱਖਦੀ ਆ, ਆਪਾਂ ਪਿਛਾਂਹ ਖਿੱਚ ਲੈਂਦੀ ਆ, ਆਪ ਉੱਦਾਂ ਦੇ ਬਣੇ ਰਹਿ ਜਾਂਦੇ ਨੇ। ਫਿਰ ਕਾਇਆ ਗੜ ਸੋਹਿਆ ਮੇਰਾ ਪ੍ਰਭ ਮੋਹਿਆ, ਕਿਉਂ ਸਾਸ ਗਿਰਾਸ ਵਿਸਾਰੀ ਹੈ। ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਹੋਂ ਸਤਿਗੁਰ ਕਹਿ ਬਲਿਹਾਰੀ ਹੈ। ਕਹਿੰਦੇ ਹੈ ਤੇ ਅਗੋਚਰ ਹੈ ਪਰ ਗੁਰੂ ਦੇ ਸ਼ਬਦ ਦੇ ਨਾਲ ਉਹਦੀ ਸਮਝ ਆ ਜਾਂਦੀ ਹੈ, ਗੁਰੂ ਦੇ ਸ਼ਬਦ ਦੇ ਨਾਲ ਉਹਦੀ ਪਕੜ ਬਣ ਜਾਂਦੀ ਹੈ। ਭਾਵ ਉਹਦੇ ਬਾਰੇ ਕੁਝ ਕੁਝ ਭੇਦ ਪਾਇਆ ਜਾ ਸਕਦਾ ਹੈ। ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਹੋਂ ਸਤਿਗੁਰ ਕਹਿ ਬਲਿਹਾਰੀ ਹੈ। ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੈ। ਮੈਂ ਕੀ ਰੱਖਾਂ ਉਹਦੇ ਅੱਗੇ। ਮਹਾਰਾਜ ਕਹਿੰਦੇ ਹੋਰ ਤਾਂ ਕੁਝ ਰੱਖ ਨਹੀਂ ਸਕਦਾ, ਚੀਜ਼ਾਂ ਤਾਂ ਸਾਰੀਆਂ ਬਾਹਰ ਦੀਆਂ ਨੇ, ਮੈਂ ਆਪਣਾ ਆਪਾ ਉਹਦੇ ਅੱਗੇ ਰੱਖ ਦੇਵਾਂ, ਗੁਰੂ ਦੇ ਅੱਗੇ। ਸਤਿਗੁਰ ਆਗਿਆ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੈ। ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਕ ਸਮਾਵੇ। ਐ ਵਾਹਿਗੁਰੂ ਤੁਸੀਂ ਕਿਰਪਾ ਕਰੋ ਅਤੇ ਤੁਹਾਡੀ ਗੋਦ ਦੇ ਵਿੱਚ ਆ ਸਕਦਾ ਹਾਂ, ਤੁਹਾਡੇ ਗਲ ਦੇ ਨਾਲ ਮਿਲ ਸਕਦਾ ਹਾਂ, ਨਹੀਂ ਤਾਂ ਮੈਂ ਚੀਜ਼ਾਂ ਦੇ ਬਦਲੇ ਦੇ ਵਿੱਚ ਤੁਹਾਡੇ ਅੱਗੇ ਕੀ ਰੱਖ ਸਕਦਾ ਹਾਂ।
ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹਿ ਹਰ ਵਸੈ ਮਨ ਆਏ। ਫਿਰ ਸਤਿਗੁਰੂ ਕਹਿੰਦੇ ਹਰ ਆਪ ਅਮੁੱਲਕ ਹੈ। ਵਾਹਿਗੁਰੂ ਅਮੁੱਲਕ ਹੈ, ਜਿਹਦਾ ਮੁੱਲ ਕੋਈ ਨਹੀਂ ਪਾਇਆ ਜਾ ਸਕਦਾ। ਭਾਗ ਤਿੰਨਾ ਕੇ ਨਾਨਕਾ। ਸਤਿਗੁਰੂ ਕਹਿੰਦੇ ਬੜੇ ਵੱਡੇ ਭਾਗ ਨੇ ਉਹਨਾਂ ਦੇ। ਕਿਹਨਾਂ ਦੇ? ਜਿਨ ਹਰ ਪੱਲੇ ਪਾਏ, ਜਿਨ੍ਹਾਂ ਦੇ ਪੱਲੇ ਦੇ ਵਿੱਚ ਵਾਹਿਗੁਰੂ ਹੈ, ਭਾਵ ਕਿ ਜਿਨ੍ਹਾਂ ਦੇ ਕੋਲ ਵਾਹਿਗੁਰੂ ਦੀ ਯਾਦ ਹੈ। ਮੈਂ ਇੱਕ ਦੋ ਬੇਨਤੀਆਂ ਹੋਰ ਕਰਨੀਆਂ ਨੇ। ਇਹਨਾਂ ਨੂੰ ਮਸਕੀਨ ਸਾਹਿਬ ਨੇ ਵੀ ਵੈਸੇ ਬੋਲਿਆ ਹੈ, ਅਤੇ ਅਸੀਂ ਸਿਰਫ ਸਮਝਣ ਦੀ ਖਾਤਰ। ਤੁਸੀਂ ਨਾ ਪੋਥੀਆਂ ਖਰੀਦੋਗੇ ਤਾਂ ਪੋਥੀਆਂ ਦੀ ਕੁਝ ਕੀਮਤ ਹੈ ਕਿ ਆਹ ਗੁਟਕਾ ਸਾਹਿਬ 20 ਰੁਪਏ ਦਾ ਹੈ, 40 ਰੁਪਏ ਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੈਂਚੀ ਖਰੀਦੋਗੇ, ਉਹਦੀ ਵੀ ਕੀਮਤ ਹੈ। ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਨਿਸ਼ਚਿਤ ਕੀਤੀ ਹੋਈ ਹੈ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਕੋਈ ਵੀ ਹੈ। ਅਤੇ ਫਿਰ ਕਈਆਂ ਦੇ ਮਨ ਦੇ ਵਿੱਚ ਖਿਆਲ ਆ ਜਾਂਦਾ ਵੀ ਸ਼ਾਇਦ ਜਿਹੜਾ ਹੈ ਉਹ ਜਪਜੀ ਸਾਹਿਬ ਦਾ ਮੁੱਲ ਹੈ। ਇਹ ਜਪਜੀ ਸਾਹਿਬ ਦਾ ਮੁੱਲ ਨਹੀਂ ਹੈ। ਅਤੇ ਜਪਜੀ ਸਾਹਿਬ ਦਾ ਮੁੱਲ ਹੋਵੇਗਾ ਤਾਂ ਫਿਰ 100 ਸਾਲ ਬਾਅਦ ਜਪਜੀ ਸਾਹਿਬ ਪੁਰਾਣਾ ਵੀ ਹੋ ਜਾਂਦਾ ਹੋਵੇਗਾ। ਉਹ ਜਪਜੀ ਸਾਹਿਬ ਦਾ ਮੁੱਲ ਨਹੀਂ ਹੈ। ਉਹ ਜਿਹੜਾ ਪੇਪਰ ਦਾ ਖਰਚਾ ਆਇਆ ਹੈ ਨਾ, ਸਿਆਹੀ ਦਾ ਖਰਚਾ ਆਇਆ ਹੈ, ਇਹ ਉਹਦਾ ਖਰਚਾ ਹੈ। ਮਸਕੀਨ ਸਾਹਿਬ ਨੇ ਤਾਂ ਸ਼ਾਇਦ ਇਹਨੂੰ ਇੱਦਾਂ ਬੋਲਿਆ ਹੈ, ਕਾਫੀ ਟਾਈਮ ਹੋ ਗਿਆ ਮੈਂ ਸੁਣਿਆ ਸੀ ਇਸ ਗੱਲ ਨੂੰ, ਇਸ ਕਰਕੇ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਕਹਿੰਦੇ ਵੀ ਮੈਂ ਕਥਾ ਕਰਕੇ ਉਤਰਿਆ ਸੀ ਅਤੇ ਕਿਸੇ ਬੀਬੀ ਨੇ ਲਿਖ ਕੇ ਪਾ ਦਿੱਤਾ ਵੀ ਤੁਹਾਡਾ ਗੁਰੂ ਉਹ ਹੈ ਜਿਹੜਾ 600 ਰੁਪਈਏ ਦਾ ਮੁੱਲ ਆ ਜਾਂਦਾ ਹੈ। ਕਿਉਂਕਿ ਉਹਨਾਂ ਨੂੰ ਤਾਂ ਇੰਝ ਲੱਗਦਾ ਵੀ 600 ਰੁਪਈਆ ਦਿੱਤਾ ਤਾਂ ਗੁਰੂ ਗ੍ਰੰਥ ਸਾਹਿਬ ਲੈ ਗਏ। ਮਹਾਰਾਜ ਕਹਿੰਦੇ ਤੁਸੀਂ ਘਰ ਵੀ ਰੱਖ ਛੱਡੋ, ਜੇ ਤੁਸੀਂ ਪੜ੍ਹਦੇ ਨਹੀਂ ਤਾਂ ਤੁਹਾਡਾ ਹੈ ਹੀ ਨਹੀਂ ਹੈ। ਮਤਾ ਕਿਤੇ ਸੋਚ ਲੈਣਾ ਵੀ ਘਰ ਹੈ ਅਤੇ ਪੜ੍ਹਿਆ ਨਹੀਂ ਅਤੇ ਪੜ੍ਹਨ ਤੋਂ ਬਿਨਾਂ ਹੀ ਸਾਡਾ ਹੋ ਗਿਆ। ਉਹ ਤੁਹਾਡੇ ਨੇੜੇ ਰਹਿਣ ਦੇ ਬਾਵਜੂਦ ਵੀ ਤੁਹਾਡਾ ਨਹੀਂ ਬਣਦਾ। ਕਿਉਂ? ਕਿਉਂਕਿ ਉਹਦੇ ਲਈ ਆਪਾ ਅਰਪਣ ਕਰਨਾ ਪੈਂਦਾ। ਗੁਟਕਾ ਸਾਹਿਬ ਦੀ ਸਿਆਹੀ ਦੀ ਕੀਮਤ ਹੋ ਸਕਦੀ ਹੈ, ਜਪਜੀ ਸਾਹਿਬ ਦੀ ਕੋਈ ਕੀਮਤ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲਿਖਣ ਦੀ ਕੀਮਤ ਹੋ ਸਕਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਕੋਈ ਕੀਮਤ ਨਹੀਂ ਹੈ। ਜਿੰਨੇ ਵੀ ਕੀਰਤਨੀਏ ਨੇ, ਜਿੰਨੇ ਵੀ ਕਥਾਵਾਚਕ ਨੇ, ਜੋ ਵੀ ਨੇ, ਇਹ ਆਪਣੇ ਸਮੇਂ ਦਾ ਪੈਸਾ ਲੈ ਸਕਦੇ ਨੇ ਵੀ ਮੈਂ 1 ਘੰਟਾ ਬੋਲਦਾ ਹਾਂ ਅਤੇ ਉਹਦੇ ਬਦਲੇ ਦੇ ਵਿੱਚ ਮੈਂ ਆਹ ਕੁਝ ਮੰਗਦਾ ਹਾਂ। ਮਤਾਂ ਕਿਤੇ ਸੋਚ ਲੈਣ ਵੀ ਮੈਂ ਕਥਾ ਦੇ ਬਦਲੇ 'ਚ ਪੈਸੇ ਮੰਗਦਾ ਪਿਆ ਹਾਂ। ਨਾ ਤਾਂ ਕਥਾ ਮੁੱਲ ਦੀ ਕੀਤੀ ਜਾ ਸਕਦੀ ਹੈ ਅਤੇ ਨਾ ਕਥਾ ਮੁੱਲ 'ਚ ਸੁਣੀ ਜਾ ਸਕਦੀ ਹੈ, ਔਰ ਨਾ ਕੀਰਤਨ ਮੁੱਲ ਕੀਤਾ ਜਾ ਸਕਦਾ, ਨਾ ਕੀਰਤਨ ਮੁੱਲ ਸੁਣਿਆ ਜਾ ਸਕਦਾ। ਵੀ ਉਹ ਸੋਚਦੇ ਪਏ ਨੇ ਵੀ 3100 ਰੁਪਈਆ ਦੇ ਕੇ ਕੀਰਤਨ ਖਰੀਦ ਲਿਆ, ਕਦੀ ਨਹੀਂ ਖਰੀਦਿਆ ਜਾਂਦਾ। ਉਹ ਸਿਰਫ ਸਮੇਂ ਦੇ ਪੈਸੇ ਹੁੰਦੇ ਨੇ, ਕੀਰਤਨ ਦਾ ਕੋਈ ਪੈਸਾ ਨਹੀਂ ਹੈ। ਇਸ ਕਰਕੇ ਜੇ ਸਾਨੂੰ ਕੱਲ੍ਹ ਨੂੰ ਕਵੇ ਵੀ ਪੋਥੀਆਂ ਮੁੱਲ ਵਿਕਦੀਆਂ ਨੇ, ਉਹ ਸਿਆਹੀ ਦਾ ਮੁੱਲ ਹੈ, ਪੋਥੀ ਦਾ ਕੋਈ ਮੁੱਲ ਨਹੀਂ ਹੈ। ਪੋਥੀ ਤੇ ਪਰਮੇਸ਼ਰ ਹੈ, ਪੋਥੀ ਪਰਮੇਸ਼ਰ ਕਾ ਥਾਨ। ਕੋਈ ਵੀ ਚੀਜ਼ ਹੈ ਧਾਰਮਿਕ ਦੁਨੀਆ ਦੇ ਵਿੱਚ, ਜਿਹੜੀ ਵੀ ਚੀਜ਼ ਹੋਵੇਗੀ ਉਹ ਅਮੋਲਕ ਹੈ, ਔਰ ਜਿਹੜੀ ਚੀਜ਼ ਦਾ ਮੁੱਲ ਪੈ ਜਾਂਦਾ ਹੈ ਉਹ ਚੀਜ਼ ਰੱਬ ਤੱਕ ਨਹੀਂ ਜੇ ਪਹੁੰਚਾ ਸਕਦੀ। ਸ਼ਬਦ ਅਮੋਲਕ ਹੈ, ਸ਼ਬਦ ਤੁਹਾਨੂੰ ਮਾਲਕ ਦੇ ਨੇੜੇ ਲੈ ਜਾਂਦਾ ਹੈ। ਬਾਕੀ ਸਾਰੀਆਂ ਚੀਜ਼ਾਂ ਮੁੱਲ ਦੀਆਂ ਨੇ, ਤੁਹਾਨੂੰ ਦੁਨੀਆਦਾਰੀ ਤੱਕ ਸੀਮਤ ਰੱਖਦੀਆਂ ਨੇ। ਮੁੱਖ ਤੌਰ ਦੇ ਉੱਤੇ ਜੋ ਅਸੀਂ ਵਿਚਾਰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਆਪਣੀਆਂ ਚੀਜ਼ਾਂ ਦੀ ਹੰਗਤਾ ਪਰੇ ਕਰਕੇ ਵੀ ਮੇਰੇ ਕੋਲ ਉਹ ਹੈ, ਮੇਰੇ ਕੋਲ ਆਹ ਹੈ। ਮਹਾਰਾਜ ਕਹਿੰਦੇ ਇਹਨਾਂ ਗੱਲਾਂ ਦੇ ਨਾਲ ਤਾਂ ਖੁਸ਼ ਹੀ ਨਹੀਂ ਹੁੰਦਾ। ਉਹਦੇ ਅੱਗੇ ਰੱਖਣਾ ਪੈਂਦਾ ਹੈ ਆਪਣਾ ਆਪਾ। ਉੱਥੇ ਪਸ਼ੂਆਂ ਦੀ ਬਲੀ ਦੀ ਲੋੜ ਨਹੀਂ ਹੈ, ਉੱਥੇ ਆਪਣੀ ਬਲੀ ਦੇਣੀ ਪੈਂਦੀ ਹੈ, ਉੱਥੇ ਆਪਣਾ ਆਪਾ ਅਰਪਣ ਕਰਨਾ ਪੈਂਦਾ। ਮੈਂ ਕਿੰਨਾ ਕੁ ਆਪਣੇ ਅੰਦਰੋਂ ਖਤਮ ਹੁੰਦਾ ਪਿਆ ਹਾਂ, ਮੈਂ ਕਿੰਨਾ ਕੁ ਆਪਣੇ ਅੰਦਰੋਂ ਘਟਦਾ ਪਿਆ ਹਾਂ। ਜਿੰਨੇ ਜਿੰਨੇ ਘਟ ਜਾਓਗੇ ਤੁਹਾਨੂੰ ਓਨੀ ਰੱਬ ਦੀ ਨੇੜਤਾ ਹੈ। ਜਿੰਨੇ ਜਿੰਨੇ ਧਾਰਮਿਕ ਸਥਾਨਾਂ ਤੱਕ ਹੋਰ ਵੱਡੇ ਹੁੰਦੇ ਜਾਓਗੇ, ਹੋਰ ਜਿਹੜਾ ਹੈ ਉਹ ਹੰਕਾਰੀ ਹੋ ਗਏ, ਉਹ ਉਹਨਾਂ ਸਗੋਂ ਹੀ ਦੂਰ ਚਲੇ ਗਏ। ਇਸ ਕਰਕੇ ਦੋਵੇਂ ਤਰੀਕਿਆਂ ਦੇ ਲੋਕ ਤੁਸੀਂ ਧਾਰਮਿਕ ਸਥਾਨਾਂ 'ਤੇ ਵੇਖੋਗੇ। ਇੱਕ ਉਹ ਜਿਨ੍ਹਾਂ ਵੱਲ ਵੇਖ ਕੇ ਲੱਗਦਾ ਵੀ ਕਿਆ ਕਮਾਲ ਦੀ ਜ਼ਿੰਦਗੀ ਹੈ, ਅਤੇ ਇੱਕ ਉਹ ਵੀ ਤੁਹਾਨੂੰ ਧਾਰਮਿਕ ਸਥਾਨਾਂ 'ਤੇ ਮਿਲ ਗਏ ਜਿਨ੍ਹਾਂ ਵੱਲ ਵੇਖ ਕੇ ਲੱਗੇਗਾ ਵੀ ਮੈਨੂੰ ਲੱਗਦਾ ਵੀ ਗੁਰਦੁਆਰੇ ਮੰਦਰਾਂ 'ਚ ਆਉਣ ਦਾ ਕੋਈ ਫਾਇਦਾ ਨਹੀਂ ਰਹਿ ਗਿਆ। ਦੋਵੇਂ ਤਰ੍ਹਾਂ ਦੇ ਲੋਕ ਤੁਹਾਨੂੰ ਮਿਲ ਜਾਣਗੇ। ਹੁਣ ਤੁਸੀਂ ਵੇਖਣਾ ਵੀ ਤੁਸੀਂ ਕਿਹਨਾਂ ਦੇ ਵੱਲ ਜਾਂਦੇ ਜੀ। ਸਤਿਗੁਰੂ ਕਿਰਪਾ ਕਰਨ। ਪੌੜੀ ਦਾ ਪਾਠ ਕਰਕੇ ਅਸੀਂ ਫਿਰ ਸਮਾਪਤੀ ਕਰਾਂਗੇ। ਆਪ ਜੀ ਨੇ ਨਾਲ ਪਾਠ ਕਰਨ ਦੀ ਕਿਰਪਾ ਕਰਨੀ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ, ਕਿਸੈ ਵਿਟੋਂ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ।
जिस दा जियो तिस मिल रहै, हर वसै मन आए। हर आप अमुल्क है, भाग तिना के नानका, जिन हर पल्लै पाए। जिन हर पल्लै पाए। वाहिगुरू जी का खालसा, वाहिगुरू जी की फतेह।